ਮਾਈਨਿੰਗ ਦਾ ਪੋਸਟਮਾਰਟਮ ਜੀ ਠੇਕੇਦਾਰ ਰਾਕੇਸ਼ ਚੌਧਰੀ ਨੂੰ ਲੈ ਕੇ ਇਸ ਸਮੇਂ ਸਿਆਸਤ ਖੂਬ ਭਖੀ ਹੋਈ ਹੈ ਪੰਜਾਬ ਦੇ ਵਿੱਚ ਔਰ ਬਿਕਰਮ ਮਜੀਠੀਆ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਸ਼ਤਪਨਾਹੀ ਕੀਤੀ ਗਈ ਤੇ ਇਸ ਦੇ ਵਜ੍ਹਾ ਦੇ ਨਾਲ ਰਾਕੇਸ਼ ਚੌਧਰੀ ਨੂੰ ਦੁਬਾਰਾ ਠੇਕੇ ਦੇ ਦਿੱਤੇ ਗਏ। ਰਾਕੇਸ਼ ਚੌਧਰੀ ਦੇ ਬਹਾਨੇ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਿਕਰਮ ਮਜੀਠੀਆ ਘੇਰਦੇ ਨਜ਼ਰ ਆਏ ਨੇ ਤੇ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਦਾ ਵੀ ਹਵਾਲਾ ਦਿੱਤਾ। ਹੁਣ ਸਵਾਲ ਇਹ ਵੀ ਹੈ ਕਿ ਸਵਾਲਾਂ ਦੇ ਵਿੱਚ ਰਾਕੇਸ਼ ਚੌਧਰੀ ਦਾ ਨਾਮ ਕਿਉਂ ਆਇਆ और ਅਸੀਂ ਕੋਸ਼ਿਸ਼ ਕਰਾਂਗੇ ਕਿ ਖੁਦ ਰਾਕੇਸ਼ ਚੌਧਰੀ ਦੇ ਨਾਲ ਹੀ ਗੱਲਬਾਤ ਕਰ ਸਕੀਏ ਤੇ ਉਹਨਾਂ ਤੋਂ ਜਵਾਬ ਲੈ ਸਕੀਏ। ਕਿੰਨੀਆਂ ਸਾਈਟਸ ਨੇ ਰਾਕੇਸ਼ ਚੌਧਰੀ ਦੇ ਕੋਲ ਕਿ ਰਾਕੇਸ਼ ਚੌਧਰੀ ਦਾ ਜੋ ਠੇਕਾ ਸੀ ਉਸ ਨੂੰ ਵਧਾਇਆ ਗਿਆ, ਐਕਸਟੈਂਸ਼ਨ ਦਿੱਤੀ ਗਈ, ਐਕਸਟੈਂਡ ਕੀਤਾ ਗਿਆ, ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਖੈਰ ਬਿਕਰਮ ਮਜੀਠੀਆ ਨੇ ਸਿੱਧਾ ਰਾਕੇਸ਼ ਚੌਧਰੀ ਨੂੰ ਲੈ ਕੇ ਜ਼ਿਕਰ ਕੀਤਾ ਸੀ, ਬਹੁਤ ਸਾਰੇ ਇਲਜ਼ਾਮ ਲਗਾਏ ਸਨ। ਇਹ ਵੀ ਕਿਹਾ ਗਿਆ ਕਿ ਰਾਕੇਸ਼ ਚੌਧਰੀ ਤਾਂ ਭਗੌੜਾ ਕਰਾਰ ਦਿੱਤੇ ਗਏ ਨੇ, ਭਗੌੜਾ ਨੇ ਤੇ ਫਿਰ ਉਹਨਾਂ ਨੂੰ ਇਹ ਠੇਕਾ ਕਿਵੇਂ ਦੇ ਦਿੱਤਾ ਗਿਆ ਜਾਂ ਫਿਰ ਉਹਨਾਂ ਦੇ ਠੇਕੇ ਨੂੰ ਕਿਵੇਂ ਐਕਸਟੈਂਡ ਕਰ ਦਿੱਤਾ ਗਿਆ। ਇਸ ਸਮੇਂ ਸਾਡੇ ਨਾਲ ਰਾਕੇਸ਼ ਚੌਧਰੀ ਜੀ ਖੁਦ ਜੁੜ ਰਹੇ ਨੇ। ਰਾਕੇਸ਼ ਚੌਧਰੀ ਜੀ, ਸਵਾਗਤ ਹੈ ਤੁਹਾਡਾ। ਹੋਪਫੁਲੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। हाँ नमस्कार सर जी पहुंच रही है सर। नमस्कार सर। ਰਾਕੇਸ਼ ਜੀ, ਮੈਂ ਸ਼ੁਰੂਆਤ ਕਰਦਾ ਇਸੀ ਪੁਆਇੰਟ ਤੋਂ ਕਿਉਂਕਿ ਤੁਹਾਡੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਤੁਸੀਂ ਤਾਂ ਪੀਓ, ਤੁਸੀਂ ਤਾਂ ਭਗੌੜਾ ਹੈ, ਪਰ ਤੁਸੀਂ ਗੱਲਬਾਤ ਕਰ ਰਹੇ ਹੋ ਟੀਵੀ ਦੇ ਉੱਤੇ ਆ ਕੇ। सर मैं भगोड़ा है ही नहीं, मेरे को कोई पीओ लेटर मैंने कोई दस दे कोई केड़ा पीओ है मेरा। मजीठिया साहब ने सर क्या 15/11 ਨੂੰ ਇਹਨੂੰ ਅਰੈਸਟ ਵਾਰੰਟ ਨਿਕਲੇ, ਭਗੋੜਾ ਘੋਸ਼ਿਤ ਕੀਤਾ ਜੀ। ਮੈਂ ਸਰ 11/11 ਨੂੰ ਕੋਰਟ ਵਿੱਚ ਅਰੈਸਟ ਹੋ ਚੁੱਕਿਆ। ਮੈਂ ਰੋਪੜ ਪੁਲਿਸ ਨੇ ਮੈਨੂੰ 11/11 ਨੂੰ ਅਰੈਸਟ ਕੀਤਾ ਤੇ 15/11 ਨੂੰ ਮੈਨੂੰ ਪੀਓ ਕਿਸ ਤਰ੍ਹਾਂ ਹੋ ਸਕਦਾ। ਫਿਰ ਮੈਨੂੰ ਇੱਕ ਚੀਜ਼ ਆ ਸਰ, ਮੈਂ 11/11 ਤੋਂ ਲੈ ਕੇ 27/12 ਤੱਕ ਯਾਨੀ 1.5 ਮਹੀਨਾ ਮੈਂ ਜੁਡੀਸ਼ੀਅਲ ਕਸਟਡੀ ਵਿੱਚ ਰਿਹਾ। ਉਹਦੇ ਵਿੱਚ ਮੈਨੂੰ ਠੀਕ ਹੈ, ਮਜੀਠੀਆ ਸਾਹਿਬ ਨੇ ਜੋ ਦੱਸਿਆ FIR ਬਿਲਕੁਲ ਸਹੀ ਨੇ, ਸਾਰੀਆਂ FIR ਸਹੀ ਨੇ। ਉਹ ਮੈਨੂੰ ਦੱਸੋ, ਮੈਂ ਅਰੈਸਟ ਹੋਇਆ ਵਿਦਆਊਟ ਬੇਲ ਤੋਂ ਕੋਈ ਬਾਹਰ ਆ ਸਕਦਾ? ਮੇਰੇ ਸਾਰੇ ਕੇਸਾਂ ਮੇਰੀ ਬੇਲ ਹੋਈ ਤਾਂ ਮੈਂ ਬਾਹਰ ਆਇਆ ਜੀ। ਤੇ ਮੈਨੂੰ ਭਗੋੜਾ ਕਿੱਥੋਂ ਕਰ ਦਿੱਤਾ? ਮੈਨੂੰ ਭਗੋੜੇ ਦਾ ਜਿਹੜਾ 15/11 ਦਾ ਇਹ ਲੈਟਰ ਕਹਿ ਰਹੇ ਨੇ, 15/11 ਦਾ ਲੈਟਰ ਮੇਰੇ ਕੋਲ ਸਰ ਸਾਹਮਣੇ ਪਿਆ। ਉਹ ਇਹਨਾਂ ਨੇ ਵਿਡਰਾ ਕੀਤਾ, ਇਹਨਾਂ ਨੇ ਪੀਓ ਵਾਸਤੇ ਲਿਖਿਆ ਸੀ। ਬਾਅਦ ਵਿੱਚ ਜਿੱਲੇ ਮੈਂ ਅਰੈਸਟ ਹੋ ਗਿਆ, ਇਹਨਾਂ ਨੇ ਲਿਖ ਕੇ ਦੇ ਦਿੱਤਾ ਕਿ ਬੰਦਾ ਅਰੈਸਟ ਹੋ ਗਿਆ, ਫਲਾਣੀ FIR ਤੇ ਸੀ ਤੇ ਅਸੀਂ ਹੁਣ ਇਹ ਜਿਹੜੀ ਅਰੈਸਟ ਵਾਰੰਟ ਹੈ ਇਹ ਵਾਪਸ ਲੈਣੇ ਆ। ਉਹ ਆ ਗਿਆ ਮੇਰੇ ਕੋਲ ਜਿਹੜਾ ਇਹ ਪੀਓ ਦਾ ਆਰਡਰ ਦੱਸ ਸਕਦਾ। ਪੀਓ ਤਾਂ ਮੈਂ ਕਿਸੇ ਕੇਸ ਵਿੱਚ ਹੈ ਹੀ ਨਹੀਂ ਸਰ। ਠੀਕ ਹੈ, ਮਤਲਬ ਤੁਸੀਂ ਕਹਿ ਰਹੇ ਹੋ ਕਿ ਭਗੌੜਾ ਤੁਹਾਨੂੰ ਕਿਸੇ ਵੀ ਕੇਸ ਦੇ ਵਿੱਚ ਨਹੀਂ ਅਨਾਉਂਸ ਕੀਤਾ ਗਿਆ? ਨਹੀਂ ਹੈ, ਦੇਖੋ ਬਿਲਕੁਲ ਨਹੀਂ। ਬਿਕਰਮ ਮਜੀਠੀਆ ਦੇ ਬਿਆਨ ਅਸੀਂ ਬਹੁਤ ਸੁਣਵਾਏ ਨੇ, ਇਨਫੈਕਟ ਆਪਾਂ ਤੁਹਾਨੂੰ ਵੀ ਇੱਕ ਵਾਰੀ ਸੁਣਾਉਣ ਦੀ ਮੈਂ ਕੋਸ਼ਿਸ਼ ਕਰਾਂਗਾ। ਬਿਕਰਮ ਮਜੀਠੀਆ ਕਹਿੰਦੇ ਨੇ ਕਿ 15/11/2022 ਨੂੰ ਅਰੈਸਟ ਵਾਰੰਟ ਤੁਹਾਡੇ ਖਿਲਾਫ ਇਸ਼ੂ ਕਰਦੀ ਹੈ ਅਦਾਲਤ। ਤੁਸੀਂ ਕਹਿ ਰਹੇ ਹੋ ਕਿ 11 ਨਵੰਬਰ ਨਹੀਂ, 11 ਨਵੰਬਰ ਕਿਹੜਾ ਸਰ? 15/11/2022 ਤੁਸੀਂ ਕਿਹੜੇ 11 ਨਵੰਬਰ ਦੀ ਜ਼ਿਕਰ ਕਰ ਰਹੇ ਹੋ? 11/11/22 ਚ ਮੈਂ ਅਰੈਸਟ ਹੋ ਗਿਆ, ਇਹ 15/11/22 ਦੀ ਅਰੈਸਟ ਕਰ ਰਹੇ ਨੇ ਗੱਲ। ਨਹੀਂ ਫਿਰ ਕਿਉਂ ਤੁਹਾਡੇ ਖਿਲਾਫ, ਜਦੋਂ ਤੁਸੀਂ ਆਲਰੇਡੀ ਅਰੈਸਟ ਸੀ, 11 ਤਰੀਕ ਨੂੰ ਤੁਹਾਨੂੰ ਗ੍ਰਿਫਤਾਰ ਕਰ ਲਿਆ ਗਿਆ, ਤਾਂ 15 ਤਰੀਕ ਨੂੰ ਤੁਹਾਡੇ ਖਿਲਾਫ ਗ੍ਰਿਫਤਾਰੀ ਦੇ ਵਾਰੰਟ ਕਿਉਂ ਜਾਰੀ ਹੋਏ? ਵਾਰੰਟ ਜਾਰੀ ਹੋਇਆ ਹੀ ਨਹੀਂ ਸਰ। 15/11 ਨੂੰ ਵਾਰੰਟ ਕੋਈ ਹੈ ਹੀ ਨਹੀਂ ਮੇਰੇ ਕੋਲ। 15/12 ਨੂੰ ਵਾਰੰਟ ਕੈਂਸਲ ਕਰਾਉਣ ਦਾ ਆਰਡਰ ਹੋਇਆ ਕਿ ਬਿਕਰਮ ਮਜੀਠੀਆ ਕਹਿ ਰਹੇ ਨੇ ਕਿ 15 ਹੋ ਗਿਆ ਜੀ। ਬਿਕਰਮ ਮਜੀਠੀਆ ਕਹਿ ਰਹੇ ਨੇ 15/11 ਨੂੰ ਅਰੈਸਟ ਵਾਰੰਟ ਜਾਰੀ ਹੋਇਆ। ਨਹੀਂ ਵਾਰੰਟ ਪਹਿਲੇ ਇਸ਼ੂ ਹੋ ਚੁੱਕੇ, 15/11 ਨੂੰ ਵਾਰੰਟ ਕੈਂਸਲ ਹੋਇਆ ਜੀ। ਬੰਦਾ ਉਹਨਾਂ ਲਿਖ ਕੇ ਦਿੱਤਾ ਕਿ ਬੰਦਾ ਜਿਹੜਾ ਅਰੈਸਟ ਹੋ ਚੁੱਕਾ ਹੈ, ਇਸ ਕਰਕੇ ਵਾਰੰਟ ਕੈਂਸਲ ਕੀਤਾ ਜਾਏ। ਠੀਕ ਹੈ, ਉਹ ਆਰਡਰ ਹੈ। ਨਹੀਂ ਫਿਰ ਪੀਓ ਵਾਲੀ ਗੱਲ ਕਿੱਥੇ ਹੈ? ਤੁਹਾਨੂੰ ਪੀਓ ਹੈ ਹੀ ਨਹੀਂ। ਮੈਂ ਤੁਸੀਂ ਆਪਣੇ ਲੈਵਲ ਤੇ ਸਰ ਪਤਾ ਕਰਾ ਸਕਦੇ ਹੋ ਸਾਰਿਆਂ ਨੂੰ। ਮੈਂ ਤਾਂ ਸਰ ਪੀਓ ਬੰਦੇ ਨੂੰ ਪਹਿਲੇ ਮੈਨੂੰ ਦੱਸੋ ਜੇਲ੍ਹ ਤੋਂ ਕਿਸ ਤਰ੍ਹਾਂ ਬਾਹਰ ਆਏਗਾ ਉਹ ਬੰਦਾ ਜੀ। ਮੈਂ 27 ਦਸੰਬਰ ਨੂੰ ਜੇਲ੍ਹ ਤੋਂ ਬਾਹਰ ਆਇਆ। ਉਹ ਮੇਰੇ ਤੇ FIR ਜਿਹੜੀਆਂ ਵੀ ਹਨ ਸਾਰੀਆਂ ਅਕਤੂਬਰ ਮਹੀਨੇ ਦੀਆਂ ਜੀ। तो नेचुरली फेस करके तो सर दिसंबर च बाहर आवांगा। बिल्कुल सारियां FIR तू बेला करा के ही बाहर आ सकदा, इस तरह आ ही नहीं सकदा। राकेश जी, अलग-अलग पर्चे ने तुहाडे उत्ते, करीब 4 पर्चियां दा जिक्र हो रहा है कि तुहानू 4 ਦੇ 4 ਕਿਸੇ पर्चियां च पीओ नहीं ऐलानिया गया? बिल्कुल नहीं सर। इस तो पहला भी नहीं? ਤੁਸੀਂ ਕਹਿ ਰਹੇ ਹੋ ਕਿ ਮੈਂ 11 ਤਰੀਕ ਨੂੰ ਅਰੈਸਟ ਹੋ ਗਿਆ, ਉਸ ਤੋਂ ਪਹਿਲਾਂ ਵੀ ਪੀਓ ਭਗੌੜਾ ਨਹੀਂ ਐਲਾਨਿਆ ਗਿਆ ਸੀ? ਬਿਲਕੁਲ ਨਹੀਂ ਸਰ। ਮੈਂ ਤਾਂ ਮੈਨੂੰ ਤਾਂ ਪਤਾ ਹੀ ਨਹੀਂ। ਮੈਂ 11/11 ਨੂੰ ਮਾਈਨਿੰਗ ਆਫਿਸ ਗਿਆ, ਉੱਥੇ ਜਾ ਕੇ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ ਤੇ ਕੋਈ ਦਿੱਕਤ ਨਹੀਂ। ਅਸੀਂ ਫੇਸ ਕੀਤਾ। FIR ਲੱਗਣਾ ਸਰ ਕੋਈ ਗੁਨਾਹ ਮਤਲਬ ਉਹਨੂੰ ਤੁਸੀਂ ਸਜ਼ਾ ਨਹੀਂ ਕਰ ਸਕਦੇ। FIR ਤੇ ਮਜੀਠੀਆ ਸਾਹਿਬ ਤੇ ਵੀ ਲੱਗੀ ਹੈ, ਬੇਲ ਆਊਟ ਹੋਏ ਨੇ ਵੀ, ਮੈਂ ਵੀ ਮੇਰੇ ਤੇ ਵੀ ਲੱਗੀ ਹੈ, ਮੈਂ ਵੀ ਬੇਲ ਆਊਟ ਹੋਇਆ। ਹੁਣ ਟ੍ਰਾਇਲ ਚੱਲੇਗਾ, ਟ੍ਰਾਇਲ 'ਚ ਦੇਖਾਂਗੇ। ਸਾਰੀਆਂ ਮੇਰੀਆਂ ਫੇਕ FIR ਹਨ। ਮੈਂ ਸਰ
ਸੀਐਮ ਸਾਹਿਬ ਨੂੰ ਵੀ ਤੇ ਆਪਣੇ ਚੀਫ ਸੈਕਟਰੀ ਸਾਹਿਬ ਨੂੰ ਵੀ ਲੈਟਰ ਲਿਖਿਆ ਜੀ ਕਿ ਸਾਡੇ ਹਰਜੋਤ ਬੈਂਸ ਸਾਹਿਬ ਨੇ ਇੱਕ ਅਸੈਂਬਲੀ ਵਿੱਚ ਇੱਕ ਦਿੱਤਾ ਹੀ ਸਟੇਟਮੈਂਟ ਦਿੱਤੀ ਸੀ ਕਿ 20 ਸਾਲਾਂ ਵਿੱਚ ਕਿੰਨਾ ਰੈਵਨਿਊ ਆਇਆ। ਉਹ ਰੈਵਨਿਊ ਆਇਆ ਸਰ 1083 ਕਰੋੜ ਰੁਪਇਆ ਰੈਵਨਿਊ ਆਇਆ, ਉਹਨਾਂ ਨੇ ਈਅਰ ਵਾਈਜ਼ ਦਿੱਤਾ ਸੀ, ਠੀਕ ਹੈ। ਤੋ ਉਹਦੇ ਵਿੱਚ ਮੈਂ ਟੋਟਲ ਮਾਰਿਆ, ਮੈਂ ਉਹਨਾਂ ਦੀ ਸਾਰੀ ਸਪੀਚ ਟੋਟਲ ਮਾਰ ਕੇ ਮੈਂ ਸਰ 645 ਕਰੋੜ ਪਿਛਲੇ 17 ਸਾਲਾਂ ਵਿੱਚ ਰੈਵਨਿਊ ਆਇਆ, ਔਰ ਲਾਸਟ 3 ਸਾਲਾਂ ਵਿੱਚ ਜਿਹੜੇ ਸਾਲਾਂ ਵਿੱਚ ਅਸੀਂ ਕੰਮ ਕੀਤਾ 438 ਕਰੋੜ ਰੁਪਏ ਰੈਵਨਿਊ ਆਇਆ। 17 ਸਾਲਾਂ ਵਿੱਚ 645 ਕਰੋੜ ਆਇਆ ਤੇ 3 ਸਾਲਾਂ 'ਚ 438 ਕਰੋੜ ਆਇਆ। ਸਰ ਅਸੀਂ ਕੀ ਗੁਨਾਹ ਕਰ ਦਿੱਤਾ? ਰੈਵਨਿਊ ਗਵਰਨਮੈਂਟ ਦਾ, ਪੰਜਾਬ ਗਵਰਨਮੈਂਟ ਨੂੰ ਰੈਵਨਿਊ ਵਧੀਆ ਕਰਕੇ ਦੇ ਦਿੱਤਾ, ਅਸੀਂ ਕੀ ਗੁਨਾਹ ਕਰ ਦਿੱਤਾ? ਫਿਰ ਮੈਨੂੰ ਹਾਈ ਕੋਰਟ ਦੇਖੋ, ਮੈਂ ਤਾਂ ਇਹਨਾਂ ਨੂੰ ਕਹਿ ਰਹੇ ਕਿ ਸਾਡੀ ਖੁਲਾਸੀ ਕਰ ਦਿਓ, ਇਹਨਾਂ ਨੇ ਮੈਨੂੰ ਟਰਮੀਨੇਸ਼ਨ ਕੀਤਾ। ਟਰਮੀਨੇਸ਼ਨ 'ਚ ਵੀ ਅਸੀਂ ਕੋਈ ਇਸ਼ੂ ਨਹੀਂ ਹੁੰਦਾ ਕਿ ਅਸੀਂ ਕੰਮ ਛੱਡਣ ਨੂੰ ਤਿਆਰ ਹੀ। ਮੈਂ ਇਹਨਾਂ ਨੂੰ ਕਿਹਾ ਮੈਨੂੰ ਟਰਮੀਨੇਟ ਨਾ ਕਰਕੇ ਮੇਰਾ ਕੰਮ ਕੈਂਸਲ ਕਰ ਦਿਓ। ਕੈਂਸਲ ਨਾਲ ਕੀ ਹੁੰਦਾ ਸਰ? ਕੈਂਸਲ ਨਾਲ ਕੀ ਹੁੰਦਾ, ਜਿਹੜੀ ਲਾਇਬਿਲਿਟੀ ਹੁੰਦੀ ਉਹ ਸਾਰੀ ਅਸੀਂ ਕਲੀਅਰ ਕਰਨੀ ਹੁੰਦੀ ਹੈ ਤੇ ਗਵਰਨਮੈਂਟ ਕੈਂਸਲ ਕਰ ਦਿੰਦੀ ਹੈ, ਠੀਕ ਹੈ। ਟਰਮੀਨੇਸ਼ਨ 'ਚ ਕੀ ਹੁੰਦਾ ਕਿ ਟਰਮੀਨੇਸ਼ਨ 'ਚ ਇੱਕ ਤਾਂ ਇਹਨਾਂ ਨੇ ਸਾਡੀ ਸਿਕਿਉਰਿਟੀ ਫੋਰਫਿਟ ਕਰਨੀ ਹੁੰਦੀ ਹੈ, ਇੱਕ 5 ਸਾਲ ਵਾਸਤੇ ਇਹਨਾਂ ਨੇ ਸਾਨੂੰ ਬਲੈਕ ਲਿਸਟ ਕਰਨਾ ਹੁੰਦਾ ਹੈ। ਉਸ ਚੀਜ਼ ਕੋਲੋਂ ਬਚਣ ਕਰਕੇ ਅਸੀਂ ਹਾਈ ਕੋਰਟ ਚਲੇ ਗਏ। ਹਾਈ ਕੋਰਟ ਨੇ ਫੈਕਟਸ ਦੇਖ ਕੇ ਤੇ ਉਹ ਇਹਨਾਂ ਦਾ ਉਹ ਸਟੇ ਕਰ ਦਿੱਤਾ। ਫਿਰ ਵੀ ਡਿਪਾਰਟਮੈਂਟ ਆਪ ਕੰਮ ਕਰਦਾ ਰਿਹਾ, ਅਸੀਂ ਫਿਰ ਵੀ ਨਹੀਂ ਕੀਤਾ। ਅਸੀਂ ਕਿਹਾ ਚਲੋ ਕੋਈ ਨਹੀਂ, ਡਿਪਾਰਟਮੈਂਟ ਕੰਮ ਕਰ ਰਿਹਾ, ਅਸੀਂ ਸੇਫ ਹੋ ਗਏ, ਸਾਡੀ ਟਰਮੀਨੇਸ਼ਨ ਸਟੇ ਹੋ ਗਈ, ਅਸੀਂ ਆਪਣੇ ਘਰ ਬੈਠੇ ਰਹੇ। ਸਾਰਾ ਡਿਪਾਰਟਮੈਂਟ ਆਪਣਾ ਸਤੰਬਰ, ਅਕਤੂਬਰ, ਨਵੰਬਰ, ਦਸੰਬਰ ਸਾਰਾ ਡਿਪਾਰਟਮੈਂਟ ਖੁਦ ਕੰਮ ਕਰਦਾ ਰਿਹਾ। ਮੈਨੂੰ ਦੱਸੋ ਮੈਂ ਕੰਮ ਨਹੀਂ ਕਰ ਰਿਹਾ, ਕੁਛ ਨਹੀਂ ਕਰ ਰਿਹਾ। ਅਕਤੂਬਰ ਮਹੀਨੇ में 24 ਡੇ ਵਿੱਚ ਮੇਰੇ ਤੇ 4 FIR ਕਰ ਦਿੱਤੀਆਂ 24 ਡੇਜ਼ ਦੇ ਅੰਦਰ ਅੰਦਰ, ਔਰ ਉਸ ਟਾਈਮ FIR ਕੀਤੀ ਜਿਸ ਟਾਈਮ ਮੈਂ ਕੰਮ ਹੀ ਨਹੀਂ ਕਰ ਰਿਹਾ। वो ऑन रिकॉर्ड है, ऑन रिकॉर्ड है, मैं अब कम ही नहीं कर रहा, ठीक है। मैं FIR फिर भी मेरा हाई कोर्ट, मैं कोर्ट ਵਿੱਚ ਗਿਆ, ਕੋਰਟ ਵਿੱਚ ਮੈਂ ਕਿਹਾ ਜੀ ਮੇਰਾ ਮੈਨੂੰ ਦੱਸੋ ਕਸੂਰ। ਫਿਰ ਕੋਰਟ ਨੇ ਇਹਨਾਂ ਨੇ ਮੇਰੀ ਇੱਕ ਰਿਕਵਰੀ ਕੱਢੀ ਸੀ ਸਰ 9 ਕਰੋੜ ਸ਼ਾਇਦ ਕੁਝ ਸੀ, ਤੇ ਉਹਦੇ 'ਚ ਬੇਸਿਕ ਅਮਾਉਂਟ 6 ਕਰੋੜ 33 ਲੱਖ ਸੀ। ਕੋਰਟ ਨੇ ਆਰਡਰ ਕੀਤਾ ਕਿ ਭਾਈ ਤੂੰ ਬੇਸਿਕ ਅਮਾਉਂਟ ਜਮ੍ਹਾਂ ਕਰਾ ਦੇ। ਮੈਂ ਕਿਹਾ ਸਰ ਮੇਰਾ ਕੇਸ ਆਰਬਿਟ੍ਰੇਸ਼ਨ 'ਚ ਹੈ। ਉਹ ਕਹਿੰਦੇ ਤੂੰ 6 ਕਰੋੜ 33 ਲੱਖ ਰੁਪਏ ਕੋਰਟ ਨੇ ਕਿਹਾ ਤੁਸੀਂ ਜਮ੍ਹਾਂ ਕਰਾਓ ਬੇਸਿਕ ਅਮਾਉਂਟ, ਜਿਲੇ ਆਰਬਿਟ੍ਰੇਸ਼ਨ ਦਾ ਫੈਸਲਾ ਆਏਗਾ ਤੁਹਾਡੇ ਵਾਪਸ ਆ ਜਾਣਗੇ, ਲੇਕਿਨ ਤੁਸੀਂ ਬੇਸਿਕ ਅਮਾਉਂਟ ਜਮ੍ਹਾਂ ਕਰਾਓ, ਠੀਕ ਹੈ। ਫਿਰ ਡਿਪਾਰਟਮੈਂਟ ਨੇ ਖੁਦ ਸਟੇਟਮੈਂਟ ਦਿੱਤੀ ਉੱਤੇ ਕਿ ਅਗਰ ਇਹ 6 ਕਰੋੜ 33 ਲੱਖ ਰੁਪਏ ਜਮ੍ਹਾਂ ਕਰਾ ਦਿੰਦਾ ਦੁਬਾਰਾ ਅਸੀਂ ਇਹਦੇ ਤੇ ਕੋਈ ਐਕਸ਼ਨ ਨਹੀਂ ਲਵਾਂਗੇ, ਕੋਈ ਕੈਂਸਲ ਨਹੀਂ ਕਰਾਂਗੇ ਕੰਮ, ਕੋਈ। ਮੈਂ ਰਾਕੇਸ਼ ਜੀ ਇਹ ਹਾਈ ਕੋਰਟ ਵਾਲੇ ਮਸਲੇ ਦੇ ਉੱਤੇ ਆਉਣਾ ਮੈਂ 6 ਕਰੋੜ 33 ਲੱਖ ਰੁਪਏ ਸਰ ਜਮ੍ਹਾਂ ਕਰਾ ਦਿੱਤਾ, ਠੀਕ ਹੈ। ਮੈਂ ਉਸ ਪੁਆਇੰਟ ਦੇ ਉੱਤੇ ਆਵਾਂਗਾ ਤਾਂ ਕਿ ਦਰਸ਼ਕ ਜਿਹੜੇ ਤੁਹਾਨੂੰ ਸੁਣ ਰਹੇ ਨੇ ਬਹੁਤ ਸੌਖੇ ਸ਼ਬਦਾਂ 'ਚ ਉਹਨਾਂ ਤੱਕ ਗੱਲ ਪਹੁੰਚ ਸਕੇ। ਪਹਿਲੀ ਗੱਲ ਇਹ ਹੈ ਕਿ ਜਿਹੜੇ ਤੁਹਾਡੇ ਪਰ ਇਲਜ਼ਾਮ ਲੱਗੇ ਕਿ ਤੁਸੀਂ ਭਗੌੜਾ ਸੀ, ਤੇ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਕਦੇ ਵੀ ਕਿਸੇ ਵੀ ਕੇਸ ਦੇ ਵਿੱਚ ਭਗੌੜਾ ਨਹੀਂ ਐਲਾਨਿਆ ਗਿਆ, PO ਨਹੀਂ ਐਲਾਨਿਆ ਗਿਆ। 15 ਤਰੀਕ ਦਾ ਜ਼ਿਕਰ ਹੋ ਰਿਹਾ, ਤੁਹਾਨੂੰ 11 ਤਰੀਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਠੀਕ ਹੈ। ਪੁਆਇੰਟ ਨੰਬਰ 2 ਕਹਿੰਦੇ ਤੁਹਾਨੂੰ ਠੇਕਾ ਐਕਸਟੈਂਡ ਕੀਤਾ ਗਿਆ ਤੁਹਾਡਾ 27 ਤਰੀਕ ਨੂੰ। ਤੁਹਾਡਾ ਠੇਕਾ ਕਿੰਨੀ ਦੇਰ ਦੇ ਲਈ ਐਕਸਟੈਂਡ ਹੋਇਆ ਦੱਸੋ? ਸਰ ਕੋਈ ਐਕਸਟੈਂਡ ਨਹੀਂ ਹੋਇਆ ਸਾਡਾ ਠੇਕਾ। ਸਾਡਾ ਠੇਕਾ ਜਿਹੜਾ ਹੈ 18 ਮਾਰਚ 2023 ਤੱਕ ਮੇਰਾ ਕੰਟਰੈਕਟ ਪੁਰਾਣਾ ਕੰਟਰੈਕਟ ਹੈ, ਠੀਕ ਹੈ। ਜਿਹੜਾ ਇਹਨਾਂ ਨੇ ਟਰਮੀਨੇਸ਼ਨ ਕਰ ਦਿੱਤਾ, ਟਰਮੀਨੇਸ਼ਨ ਵੀ ਕੋਰਟ ਨੇ ਸਟੇ ਕਰ ਦਿੱਤੀ। ਮੇਰਾ ਕੰਮ ਤੇ ਸ਼ੁਰੂ ਤੋਂ ਲਾਈਵ ਹੈ, ਮੇਰਾ ਕੰਮ ਕੋਈ ਨਹੀਂ, ਔਰ ਮੈਂ ਜਿਸ ਦੌਰਾਨ ਕੰਮ ਨਹੀਂ ਕੀਤਾ ਉਸ ਦੌਰਾਨ ਦੇ ਵੀ ਪੈਸੇ ਦਿੱਤੇ ਸਰ। ਇਹ ਜਿਹੜਾ ਜੂਨ ਤੋਂ ਬਾਅਦ ਕੰਮ ਡਿਪਾਰਟਮੈਂਟ ਨੇ ਖੁਦ ਕੀਤਾ, ਲੇਕਿਨ ਉਹਦੇ ਵੀ ਮੇਰੇ ਕੋਲ 6 ਕਰੋੜ 33 ਲੱਖ ਰੁਪਏ ਲਿਆ ਕੇ ਜਿਹੜਾ ਕੰਮ ਨਹੀਂ ਵੀ ਕੀਤਾ ਪੀਰੀਅਡ ਵਿੱਚ, ਬਟ ਕਿਉਂਕਿ ਮੇਰਾ ਕੰਮ ਲਾਈਵ ਸੀ, ਕਿਉਂਕਿ ਕੋਰਟ ਨੇ ਜਿਲੇ ਇੱਕ ਵਾਰੀ ਕੋਰਟ ਨੇ ਜੋ ਵੀ ਹੈ ਫੈਕਟਸ ਦੇਖ ਕੇ ਉਹਨਾਂ ਨੇ ਜੋ ਵੀ ਡਿਸੀਜਨ ਲਿਆ, ਉਹਦੇ ਬਾਅਦ ਮੇਰਾ ਕੰਮ ਲਾਈਵ ਸੀ। ਤੇ ਹੁਣ ਕੀ ਹੋਇਆ, ਗਵਰਨਮੈਂਟ ਨੇ ਜਿਹੜਾ ਹੈ ਗਵਰਨਮੈਂਟ ਨੇ ਦੇਖਿਆ ਜਾਂ ਜੋ ਵੀ ਗਵਰਨਮੈਂਟ ਦੀ ਆਪਣੀ ਸੋਚ ਹੋਣੀ ਕਿ ਇੱਕ ਡੇਢ ਮਹੀਨਾ ਇਹਨਾਂ ਠੇਕੇਦਾਰਾਂ ਰਹਿ ਗਿਆ ਕਿ ਇਹਨਾਂ ਨੂੰ ਕੰਮ ਦੇ ਦੇਣਾ ਤਾਂ ਕਿ ਲਿਟੀਗੇਸ਼ਨਾਂ ਤੋਂ ਬਾਹਰ ਆ ਜਾਈਏ, ਉਹਦੇ ਬਾਅਦ ਨਵੇਂ ਟੈਂਡਰ ਕਰਨਗੇ, ਨਵੇਂ ਕੰਟਰੈਕਟਰ ਆਉਣਗੇ, ਤੇ ਉਹ ਸੋਚੀ ਹੋਏਗੀ ਸ਼ਾਇਦ, ਕਿਉਂਕਿ ਸਾਨੂੰ ਜਿਹੜਾ ਵੀ ਐਕਸਟੈਂਡ ਕੀਤਾ ਜਿਸ ਤਰ੍ਹਾਂ ਸਰ ਇਹਨਾਂ ਨੇ 27 ਜਨਵਰੀ ਨੂੰ ਮੇਰਾ ਕੰਟਰੈਕਟ ਲਾਈਵ ਕੀਤਾ ਹੈ ਜੀ, ਇਹ ਤਾਂ ਸਿਰਫ 1.5 ਮਹੀਨੇ ਦਾ ਕੀਤਾ ਹੈ ਨਾ, ਫਰਵਰੀ ਤੇ 18 ਮਾਰਚ ਤੱਕ। 18 ਮਾਰਚ ਦੇ ਬਾਅਦ ਮੈਂ ਹੋਰ ਥੋੜਾ ਸਪੈਸੀਫਿਕ ਹੋਰ ਵੀ ਐਕਸਟੈਂਸ਼ਨ ਤੁਹਾਡਾ ਠੇਕਾ ਇੱਕ ਸੈਕਿੰਡ ਰਾਕੇਸ਼ ਜੀ 27 ਜਨਵਰੀ ਨੂੰ ਤੁਹਾਡਾ ਠੇਕਾ ਰਿਨਿਊ ਨਹੀਂ ਹੋਇਆ, ਤੁਸੀਂ ਇਹ ਕਹਿ ਰਹੇ ਹੋ? ਨਾ ਰਿਨਿਊ ਨਹੀਂ ਮੈਂ ਕਹਿ ਸਕਦਾ, ਇਹਨਾਂ ਨੇ ਲੈਟਰ ਦਿੱਤਾ ਕਿ ਤੁਹਾਡਾ ਪੁਰਾਣਾ ਕੰਟਰੈਕਟ ਕੰਟੀਨਿਊ ਹੈ। 27 ਤਰੀਕ ਨੂੰ ਚਿੱਠੀ ਲਿਖੀ ਹੈ ਕਿ ਤੁਸੀਂ ਆਪਣਾ ਕੰਟਰੈਕਟ ਪੂਰਾ ਕਰੋ, ਠੀਕ ਹੈ। ਜੇ ਚਿੱਠੀ ਨਾ ਲਿਖਦੇ ਤਾਂ ਤੁਸੀਂ ਉੱਥੇ ਕੰਮ ਕਰ ਰਹੇ ਸੀ ਕਿ ਨਹੀਂ? ਰੀਸਟੋਰ ਕੀਤਾ ਸਾਡਾ ਕੰਮ, ਠੀਕ ਹੈ। ਤੇ
एक्सटेंड नहीं किया। एक्सटेंड एक डिफरेंट चीज आ गई ना, जिस तरह सर मेरा पीरियड खत्म हो गया, ਉਹਦੇ ਬਾਅਦ ਅਗਰ ਐਕਸਟੈਂਸ਼ਨ ਦੇਣ ਤੇ ਉਹਨੂੰ ਐਕਸਟੈਂਸ਼ਨ ਆਪਾਂ ਕਹਿੰਦੇ ਆ। ਬਿਲਕੁਲ ਇਹ ਮੇਰਾ ਰੀਸਟੋਰ ਕੀਤਾ ਇਹਨਾਂ ਨੇ, ਮੇਰਾ ਆਪਣਾ ਕੰਮ ਰੀਸਟੋਰ ਕੀਤਾ, ਜਿਹੜਾ ਕਿ ਕੰਮ ਮੇਰਾ ਕੰਟਰੈਕਟ 18 ਮਾਰਚ ਤੱਕ ਹੈ। 18 ਮਾਰਚ 23 ਤੱਕ। ਜੀ ਸਰ। ਰਾਕੇਸ਼ ਜੀ, ਇੱਕ ਵੀ ਇਲਜ਼ਾਮ ਨੇ ਕਿ ਤੁਸੀਂ 27 ਤਰੀਕ ਨੂੰ ਡਿਪਾਰਟਮੈਂਟ ਜਾ ਕੇ ਡਿਪਾਰਟਮੈਂਟ ਦੇ ਨਾਲ ਗੱਲ ਕਰਦੇ ਹੋ ਤੇ ਉਸ ਤੋਂ ਬਾਅਦ ਹੁਣ ਤੁਸੀਂ ਇਸ ਨੂੰ ਰੀਸਟੋਰ ਕਹੋ, ਬਿਕਰਮ ਮਜੀਠੀਆ ਉਸ ਨੂੰ ਰਿਨਿਊ ਕਹਿ ਰਹੇ ਨੇ, ਕਹਿੰਦੇ ਉਸ ਤੋਂ ਬਾਅਦ ਹੀ ਰਿਨਿਊ ਹੋਇਆ। ਇਹ ਰੀਸਟੋਰ ਹੋਇਆ ਸਰ, ਅਸੀਂ ਕੋਈ ਨਹੀਂ ਕਿਤੇ ਗਏ, ਅਸੀਂ ਅੱਛਾ, ਕਿੰਨੀ ਦੇਰ ਦੇ ਲਈ ਰੀਸਟੋਰ ਹੋਇਆ? ਕਿੰਨੀ ਦੇਰ ਦੇ ਲਈ? ਕੁਝ ਲੈਟਰ ਦੇ ਵਿੱਚ ਕੋਈ ਜ਼ਿਕਰ ਹੈ? 18 ਮਾਰਚ ਤੱਕ ਸਰ, ਸਿਰਫ 18 ਮਾਰਚ ਤੱਕ, 27 ਇੱਕ ਤੋਂ ਲੈ ਕੇ 18 ਮਾਰਚ, ਡੇਢ ਮਹੀਨਾ ਓਨਲੀ। ਨਹੀਂ, ਇਹ ਸਿਰਫ ਤੁਹਾਡਾ ਹੋਇਆ ਜਾਂ ਪੰਜਾਬ ਦੇ ਵਿੱਚ ਕੋਈ ਹੋਰ ਠੇਕੇਦਾਰ? ਪੂਰੇ ਪੰਜਾਬ ਦਾ, ਪੂਰੇ ਪੰਜਾਬ ਦੇ ਪੂਰੇ। ਨਹੀਂ, ਇਹ ਤਾਂ ਨਹੀਂ ਕਿ ਤੁਹਾਡੇ ਉੱਤੇ ਕੋਈ ਖਾਸ ਕਿਰਪਾ ਹੋ ਗਈ? ਨੋ 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 ਨੋ, ਪੂਰੇ ਪੰਜਾਬ ਦੇ ਸਾਰੇ ਠੇਕੇਦਾਰਾਂ ਦਾ। ਸਾਰੇ ਠੇਕੇਦਾਰਾਂ ਪਾਲਿਸੀ ਹੈ 24 ਜਨਵਰੀ 23 ਨੂੰ ਪਾਲਿਸੀ ਕੱਢੀ ਹੈ ਗਵਰਨਮੈਂਟ ਦੀ ਜੀ। 24/3/2023 ਨੂੰ ਪਾਲਿਸੀ ਕੱਢੀ ਹੈ ਜੀ। 24 ਜਨਵਰੀ ਸਾਰੀ। ਠੀਕ ਹੈ, 24 ਜਨਵਰੀ ਨੂੰ ਪਾਲਿਸੀ ਕੱਢੀ ਤੇ 27 ਜਨਵਰੀ ਨੂੰ ਤੁਹਾਨੂੰ ਲੈਟਰ ਆ ਗਿਆ। 27 ਜਨਵਰੀ ਨੂੰ ਸਾਰੇ ਤਕਰੀਬਨ ਸਾਰੇ ਠੇਕੇਦਾਰਾਂ ਨੂੰ ਲੈਟਰ ਭੇਜ ਦਿੱਤੇ ਕਿ ਆਪਣਾ ਕੰਮ ਜਿਹੜਾ ਰੀਸਟੋਰ ਤੁਹਾਡਾ ਕਰ ਦਿੱਤਾ ਗਿਆ, ਤਾਂ ਆਪਣਾ ਕੰਮ ਕਰੋ ਇਮੀਡੀਏਟਲੀ ਐਜ਼ ਪਰ ਫਲਾਨੀ ਟਰਮ ਐਂਡ ਕੰਡੀਸ਼ਨ ਜੋ ਵੀ ਹੈ ਉਹ ਸਾਰਾ। ਤੁਸੀਂ ਕੋਈ ਐਪਲੀਕੇਸ਼ਨ ਦਿੱਤੀ ਸੀ ਕਿ ਰੀਸਟੋਰ ਕੀਤਾ ਜਾਵੇ ਸਾਡਾ ਕੰਮ? ਨੋ 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 ਸਰ, ਮੈਂ ਤਾਂ 18 ਤਰੀਕ ਦਾ ਵੇਟ ਕਰ ਰਿਹਾ, ਕਿਸੇ ਤਰ੍ਹਾਂ 18 ਤਰੀਕ ਹੋ ਜਾਏ ਤੇ ਅਸੀਂ ਖਲਾਸੀ ਕਰੀਏ। ਇਨ ਫਿਊਚਰ ਕਦੇ ਪੰਜਾਬ ਵਿੱਚ ਕੰਮ ਨਹੀਂ ਕਰਨਾ ਸਰ। ਸਾਡੇ ਸੀਐਮ ਸਾਹਿਬ ਬੜੇ ਅੱਛੇ ਨੇ, ਉਹ ਬਾਹਰਲੀ ਕੰਟਰੀ 'ਚ ਗਏ, ਸੁਣਨੇ ਨਿਊਜ਼ ਸੁਣਦੇ ਰਹਿੰਦੇ ਅਸੀਂ ਤਾਂ ਜਨਾਬ ਦੀ ਨਿਊਜ਼। ਪੰਜਾਬ ਆਪਣੇ ਬੰਬੇ ਗਏ ਕਿ ਵੱਡੇ ਵੱਡੇ ਇਨਵੈਸਟਰ ਆਉਣ ਤਾਂ ਕਿ ਪੰਜਾਬ ਵਿੱਚ ਇਨਵੈਸਟਮੈਂਟ ਕਰਨ ਤੇ ਇੰਪਲੋਇਮੈਂਟ ਹੋਏ ਤੇ ਕੰਮ ਅੱਛਾ ਹੋਏ। ਲੇਕਿਨ ਬਟ ਕੁਛ ਲੋਕ ਦੇਖੋ ਸਰ, ਸਾਡੇ ਇਹ ਜਿਹੜਾ ਸਾਰਾ ਇਸ਼ੂ ਹੈ, ਇਹ ਸਾਡੇ ਕੰਪੀਟੀਟਰ ਜਿਹੜੇ ਨੇ, ਜਿਹੜੇ ਚਾਹੁੰਦੇ ਨਹੀਂ ਹਨ, ਜਿਹੜੇ ਪੁਰਾਣਾ ਪੰਜਾਬ ਦਾ ਕੰਮ ਕਰਦੇ ਰਹੇ ਨੇ, ਜਿਹੜੇ 5-5 7-7 ਕਰੋੜ ਰੁਪਏ ਸਾਲ ਦਾ ਰੈਵਨਿਊ ਦਿੰਦੇ ਰਹੇ ਨੇ, ਉਹ ਚਾਹੁੰਦੇ ਨੇ ਕਿ ਇਹਨਾਂ ਨੂੰ ਇੰਨਾ ਅਸੀਂ ਕਰ ਦਈਏ ਬਦਨਾਮ ਤਾਂ ਕਿ ਇਹ ਦੁਬਾਰਾ ਕਦੇ ਪੰਜਾਬ ਵਿੱਚ ਵੜਨ ਨਾ ਜੀ। ਔਰ ਮੈਂ ਤੁਹਾਡੇ ਮਾਧਿਅਮ ਉਹਨਾਂ ਨੂੰ ਇਹ ਕਹਿਣਾ ਕਿ ਭਰਾਵਾ ਹੱਥ ਜੋੜ ਕੇ ਸਾਡਾ ਇਹ ਹੈ ਕਿ ਤੁਸੀਂ ਕੰਮ ਕਰੋ, ਸਾਨੂੰ ਅਸੀਂ ਕੰਮ ਨਹੀਂ ਕਰਨਾ। ਅਸੀਂ ਹੋਰ ਸਟੇਟਾਂ 'ਚ ਕੰਮ ਕਰ ਲਾਂਗੇ, ਸਾਡੇ ਕੋਲ ਬਹੁਤ ਪੂਰਾ ਕੰਟਰੀ ਪਈ ਹੈ, ਅਸੀਂ ਇਹਨਾਂ ਹਾਲਾਤਾਂ ਵਿੱਚ ਕੰਮ ਨਹੀਂ ਕਰਨਾ ਸਰ। ਅਸੀਂ ਗੌਰਮੈਂਟ ਨੂੰ ਇੰਨਾ ਵੱਡਾ ਰੈਵਨਿਊ ਦੇ ਕੇ, ਇੰਨਾ ਪੈਸਾ ਇਨਵੈਸਟ ਕਰਕੇ ਅਸੀਂ ਇੱਕ ਮਾਫੀਆ ਸਰ, ਮਾਫੀਆ ਵਰਡ, ਜਿਹੜਾ ਬੰਦਾ 100 ਕਰੋੜ ਰੁਪਇਆ 200 ਕਰੋੜ ਰੁਪਇਆ ਰੈਵਨਿਊ ਦਿੰਦਾ ਹੈ, ਉਹ ਮਾਫੀਆ, ਉਹਨੂੰ ਮਾਫੀਆ ਵਰਡ ਯੂਜ਼ ਕਰਦੇ ਆ ਜੀ। ਰਾਕੇਸ਼ ਜੀ, ਵੈਸੇ ਦੇਖੋ ਪੁਆਇੰਟ ਇੱਕ ਇਹ ਹੈ ਕਿ ਤੁਸੀਂ ਵੀ ਸ਼ਾਇਦ ਇਸ ਦੇ ਨਾਲ ਸਹਿਮਤ ਹੋਵੋਗੇ, ਪਿਛਲੇ 5-10 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਮਾਈਨਿੰਗ ਦਾ ਕੰਮ ਖੂਬ ਚਰਚਾ 'ਚ ਰਿਹਾ ਹੈ। ਮੈਂ ਕਹਾਂ ਕਿ ਬਦਨਾਮ ਬਹੁਤ ਹੋਇਆ ਕਿ ਜਿਹੜਾ ਮਾਈਨਿੰਗ ਦਾ ਠੇਕਾ ਜਿਸ ਦੇ ਕੋਲ ਹੈ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਰਿਹਾ। ਮੈਂ ਅਗਲਾ ਸਵਾਲ ਤੁਹਾਨੂੰ ਪੁੱਛਾਂ, ਬਿਕਰਮ ਮਜੀਠੀਆ, ਤੁਸੀਂ ਇਨਫੈਕਟ ਉਹ ਸਟਾਰਟਿੰਗ ਦੇ ਵਿੱਚ ਜ਼ਿਕਰ ਕਰ ਰਹੇ ਸੀ, ਬਿਕਰਮ ਮਜੀਠੀਆ ਨੇ ਇਹ ਵੀ ਕਿਹਾ ਕਿ ਤੁਹਾਡੇ ਲਾਇਸੈਂਸ ਕੈਂਸਲ ਕਰਨ ਦੇ ਆਦੇਸ਼ ਦੇ ਦਿੱਤੇ ਗਏ ਸੀ ਔਰ ਤੁਹਾਡੇ ਤੋਂ 26 ਕਰੋੜ ਰੁਪਇਆ ਰਿਕਵਰੀ ਕਰਨ ਦੇ ਵੀ ਆਦੇਸ਼ ਦਿੱਤੇ ਗਏ ਸੀ। ਤੁਸੀਂ ਉਸ ਨੂੰ ਲੈ ਕੇ ਹਾਈ ਕੋਰਟ ਗਏ, ਕੀ ਹੋਇਆ? ਹੋ ਤੁਹਾਨੂੰ ਲਾਇਸੈਂਸ ਤੁਹਾਡੇ ਕੈਂਸਲ ਹੋ ਗਏ ਜਾਂ ਨਹੀਂ ਹੋਏ ਸੀ? ਕੀ ਹੋਇਆ ਸੀ ਸਰ? ਉਹੀ ਨਾ, ਸਾਡਾ ਕੰਮ ਇਹਨਾਂ ਨੇ ਟਰਮੀਨੇਟ ਕਰ ਦਿੱਤਾ। ਮੈਂ ਉਹ ਪਹਿਲੇ ਵੀ ਕਹਿ ਚੁੱਕਾ। ਠੀਕ ਹੈ, ਕੈਂਸਲ, ਉਹਨੂੰ ਕੈਂਸਲ ਹੀ ਕਹਿੰਦੇ ਆਪਾਂ। ਬਿਲਕੁਲ ਸਹੀ ਕਹਿ ਰਹੇ ਆ ਕਿ ਸਾਡਾ ਕੰਮ ਟਰਮੀਨੇਸ਼ਨ ਹੋ ਗਿਆ। ਠੀਕ ਹੈ, ਟਰਮੀਨੇਸ਼ਨ ਦੀ ਜਗ੍ਹਾ ਮੈਂ ਗਵਰਨਮੈਂਟ ਨਾਲ ਰਿਕੁਐਸਟ ਕੀਤੀ ਕਿ ਮੇਰਾ ਕੰਮ ਕੈਂਸਲ ਕਰ ਦਿਓ। ਕੈਂਸਲ ਔਰ ਟਰਮੀਨੇਸ਼ਨ 'ਚ ਦੋ ਸਰ ਉਹਦੇ ਫਰਕ। ਕੈਂਸਲ ਵਿੱਚ ਕੀ ਹੁੰਦਾ ਕਿ ਅਸੀਂ ਜੋ ਰਿਕਵਰੀ ਹੋਏ, ਸਾਡੀ ਜੋ ਪੈਸਾ ਬਣਦਾ ਸਾਡਾ, ਉਹ ਅਸੀਂ ਪੈਸਾ ਜਮ੍ਹਾਂ ਕਰਾਉਂਦੇ ਹਾਂ ਤੇ ਸਾਡੀ ਖਲਾਸੀ ਹੋ ਜਾਂਦੀ ਹੈ ਜੀ। ਟਰਮੀਨੇਸ਼ਨ ਮੀਨਸ ਐਲੀਗੇਸ਼ਨ, ਯਾਨੀ ਕਿ ਤੁਸੀਂ ਗਲਤ ਕੀਤਾ, ਜੋ ਕੀਤਾ ਉਹਦੇ 'ਚ ਸਜ਼ਾ ਹੈ। ਸਜ਼ਾ ਮੀਨਸ ਪੈਨਲਟੀ ਹੈ ਕਿ ਤੁਹਾਡੀ ਸਿਕਿਉਰਿਟੀ ਫੋਰਫਿਟ ਕੀਤੀ ਜਾਏਗੀ ਔਰ ਤੁਸੀਂ 5 ਸਾਲ ਵਾਸਤੇ ਬਲੈਕ ਲਿਸਟ ਕੀਤੇ ਜਾਓਗੇ। ਠੀਕ ਹੈ, ਮੇਰੀ ਮਜਬੂਰੀ ਸੀ ਕਿ ਮੈਂ ਨਾ ਸਿਕਿਉਰਿਟੀ ਫੋਰਫਿਟ ਕਰਵਾਉਣਾ ਚਾਹਣਾ, ਨਾ ਮੈਂ ਬਲੈਕ ਲਿਸਟ ਹੋਣਾ ਚਾਹਣਾ, ਉਸ ਕਰਕੇ ਮੈਂ ਚਲਾ ਗਿਆ ਹਾਈ ਕੋਰਟ ਸਰ। ਠੀਕ ਹੈ, ਹਾਈ ਕੋਰਟ ਵਿੱਚ ਆਪਣੇ ਮੈਂ ਸਾਰੇ ਫੈਕਟਸ ਰੱਖੇ, ਸਾਰਾ ਰੱਖਿਆ। ਉਹਨਾਂ ਨੇ ਹਾਈ ਕੋਰਟ ਨੇ ਜਿਹੜਾ ਟਰਮੀਨੇਸ਼ਨ ਹੈ ਉਹਨੂੰ ਸਟੇ ਕਰ ਦਿੱਤਾ। ਠੀਕ ਹੈ, ਤੇ ਉਹ ਫਿਰ ਮੇਰਾ ਕੰਮ ਦੁਬਾਰਾ ਰੀਸਟੋਰ ਹੋ ਗਿਆ। ਬਟ ਉਹਦੇ ਬਾਵਜੂਦ ਵੀ ਡਿਪਾਰਟਮੈਂਟ ਨੇ ਮੈਨੂੰ ਕੰਮ ਨਹੀਂ ਕਰਨ ਦਿੱਤਾ। ਫਿਰ ਵੀ ਮੈਨੂੰ ਕੋਈ ਇਤਰਾਜ਼ ਨਹੀਂ, ਕਿਉਂਕਿ ਮੈਂ ਕੰਮ ਤੇ ਮੈਂ ਇੰਟਰਸਟਿਡ ਹੀ ਨਹੀਂ। ਆਪਾਂ ਆਰਾਮ ਕਰਕੇ ਘਰ ਬੈਠੇ, ਕੁਛ ਨਹੀਂ, ਕੋਈ ਕੰਮ ਨਹੀਂ ਕਰ ਰਹੇ, ਕੁਛ ਨਹੀਂ ਕਰ ਰਹੇ। ਤੁਹਾਡੇ ਤੇ ਵੀ ਇਲਜ਼ਾਮ ਨੇ, ਇਨਫੈਕਟ ਸੀਐਮ ਖੁਦ ਇਸ ਦਾ ਜ਼ਿਕਰ ਕਰ ਗਏ, ਭਗਵੰਤ ਮਾਨ ਕਹਿੰਦੇ 6 ਕਰੋੜ ਰੁਪਏ ਅਸੀਂ ਰਿਕਵਰ ਕਰਵਾਇਆ ਤੁਹਾਡੇ ਤੋਂ, ਸਾਬਕਾ ਸਰਕਾਰਾਂ ਨੇ ਤਾਂ ਮਾਫ ਕਰਤੇ ਸੀ। ਸਰ ਮੈਂ ਨਹੀਂ ਕਹਿ ਰਿਹਾ, 6 ਕਰੋੜ 33 ਲੱਖ ਰੁਪਇਆ ਮੇਰਾ, 9 ਕਰੋੜ ਕੁਛ ਸੀ, 6 ਨਹੀਂ 9 ਕਰੋੜ ਕੁਛ ਗਵਰਨਮੈਂਟ ਨੇ ਮੇਰੀ ਰਿਕਵਰੀ ਕੱਢੀ ਜੀ। ਮੈਂ ਕੋਰਟ ਹੀ ਚਲਾ ਗਿਆ, ਮੈਂ ਕਿਹਾ ਜੀ ਮੇਰਾ ਆਰਬਿਟ੍ਰੇਸ਼ਨ 'ਚ ਕੇਸ ਹੈ ਤੇ ਮੈਂ ਕਿੱਥੋਂ ਇਹ 9 ਕਰੋੜ ਜਮ੍ਹਾਂ ਕਰਾਂ? ਆਲਰੇਡੀ ਮੇਰਾ ਲੈਣਾ ਬਣਦਾ ਡਿਪਾਰਟਮੈਂਟ ਕੋਲੋਂ।
लेकिन कोर्ट ने मेरे अगेंस्ट फैसला किया, या जो भी समझो, कोर्ट ने कहा नहीं भाई तू जिहड़ा 6 करोड़ 33 लाख है इंटरस्ट छोड़ दे, 6 करोड़ 33 लाख बेसिक अमाउंट तू जमा करा जी। कोर्ट ने आर्डर कर दिता और डिपार्टमेंट ने ਉਹਦੇ ਵਿੱਚ एग्री कर दिता कि ठीक है ये 6 करोड़ 33 लाख रुपया कंट्रैक्टर अगर जमा करा दिंदा तो ਅਸੀਂ इन फ्यूचर ਇਹਦੇ ਤੇ ਕੋਈ ਐਕਸ਼ਨ ਨਹੀਂ ਕਰ ਲਾਵਾਂਗੇ और कोई कैंसलेशन नहीं करांगे। ਤੇ ਮੈਂ ਫਿਰ 6 ਕਰੋੜ 33 ਲੱਖ ਰੁਪਏ ਜਮਾ ਕਰਵਾਇਆ। ਮਤਲਬ ਤੁਸੀਂ ਕਹਿ ਰਹੇ ਹੋ ਕਿ ਅਜੇ ਫਾਈਨਲ ਫੈਸਲਾ ਇਸ ਦੇ ਉੱਤੇ ਆਉਣਾ ਬਾਕੀ ਹੈ, ਤਾਂ ਸ਼ਾਇਦ ਤੁਹਾਡੇ ਪੈਸੇ ਸਰਕਾਰ ਵਾਲੇ ਪਾਸੇ ਨਿਕਲਣ। ਆਪਣੇ ਸਾਰੇ ਪੈਸੇ ਜਮਾ ਕਰਾ ਦਿੱਤੇ, ਜੋ ਮੇਰੀ ਲਾਇਬਿਲਿਟੀ, ਸੀਐਮ ਸਾਹਿਬ ਬਿਲਕੁਲ ਸਹੀ ਕਹਿ ਰਹੇ ਨੇ ਕਿ ਜੋ ਮੇਰੀ ਲਾਇਬਿਲਿਟੀ ਹੀ ਐਜ਼ ਪਰ ਕਾਗਜ਼ ਜੀ ਉਹ ਮੈਂ ਸਾਰੇ ਕਲੀਅਰ ਕਰ ਦਿੱਤੇ। ਹੁਣ ਜਿਹੜਾ ਇਹਨਾਂ ਨੇ ਸਰ ਰਿਵੋਕ ਕੀਤਾ, ਰੀਸਟੋਰ ਕੀਤਾ ਮੇਰਾ ਕੰਮ, ਜਾਨੀ 27/1 ਨੂੰ, 27/1 ਤੋਂ ਲੈ ਕੇ 18/3 ਤੱਕ ਜਿੰਨੇ ਵੀ ਪੈਸੇ ਬਣਦੇ ਨੇ ਜੀ मैं एडवांस जमा करा बैठा सर 2 करोड़ 55 लाख रुपया जी। 18/3 तक जो मेरा बनता है, मतलब आने वाला टाइम मैं कह रहा एडवांस पैसे तो रिस्टोर करते, एडवांस पैसे 2 करोड़ 55 लाख बनता ही वो भी मैं जमा करा बैठा जी। राकेश जी एक होर चीज, क्योंकि ਤੁਹਾਡਾ ਨਾਮ ਕੋਈ ਪਿਛਲੇ 24 ਘੰਟਿਆਂ 'ਚ ਜ਼ਿਆਦਾ ਸੁਰਖੀਆਂ 'ਚ ਨਹੀਂ ਹੈ, ਇਸ ਤੋਂ ਪਹਿਲਾਂ ਵੀ ਰਿਹਾ ਹੈ, ਇਨਫੈਕਟ ਕੁਝ ਸਾਲ ਪਹਿਲਾਂ ਵੀ ਰਿਹਾ ਹੈ। ਤੁਹਾਡੇ ਉੱਤੇ ਇਲਜ਼ਾਮ ਇਹ ਵੀ ਲੱਗੇ ਕਿ ਤੁਸੀਂ ਨਜਾਇਜ਼ ਮਾਈਨਿੰਗ ਕੀਤੀ, ਬਹੁਤ ਵੱਡੇ ਪੱਧਰ ਦੇ ਉੱਤੇ ਕਰਵਾਈ ਉੱਥੇ, ਇਨਫੈਕਟ ਇੱਕ ਸਟਿੰਗ ਸੀਜੀਐਮ ਨੇ ਕਰ ਦਿੱਤਾ ਸੀਗਾ, ਉਸ ਦੀ ਵਜ੍ਹਾ ਦੇ ਨਾਲ ਵੀ ਖੂਬ ਚਰਚਾ ਦੇ ਵਿੱਚ ਰਹੇ ਤੁਸੀਂ। ਸਰ ਜਿਹੜਾ ਸੀਜੀਐਮ ਸਾਹਿਬ ਨੇ ਰਿਪੋਰਟ ਭੇਜੀ, ਉਸੇ ਰਿਪੋਰਟ ਜਿਲੇ ਗਈ ਹਾਈ ਕੋਰਟ, ਸੀਬੀਆਈ ਕੋਲ ਮਾਮਲਾ ਚਲਾ ਗਿਆ ਸੀ, ਸੀਬੀਆਈ ਕੋਲ ਚਲਾ ਗਿਆ, ਸੀਬੀਆਈ ਨੇ ਰਿਪੋर्ट ਦੇ ਦਿੱਤੀ, ਫਿਰ ਹਾਈ ਕੋਰਟ ਨੇ ਉਹਦੀ ਫਾਈंडिंग ਦੇ ਦਿੱਤੀ। ਤਾਂ ਤੁਸੀਂ ਸਰ ਹਾਈ ਕੋਰਟ ਦਾ ਆਰਡਰ ਪੜ੍ਹ ਲਓ, ਕਿਤੇ ਨਹੀਂ ਇਹ ਲਿਖਿਆ ਦਾ ਕਿ ਰਾਕੇਸ਼ ਚੌਧਰੀ ਨੇ ਇਲੀਗਲ ਮਾਈਨਿੰਗ ਕੀਤੀ। इसे हाई कोर्ट ने जिहड़ा सीबीआई ਨੂੰ केस रेफर ਕੀਤਾ ਹੀ, सीबीआई ਦੀ ਇਨਕੁਆਇਰੀ ਹੋਈ, सीबीआई ਨੇ ਇਨਕੁਆਇਰੀ ਕਰਕੇ ਰਿਪੋर्ट ਦੇ ਦਿੱਤੀ, और ਜਿਹੜੀ ਸੀਜੀਐਮ ਸਾਹਿਬ ਨੇ ਜਿਹੜੀ ਰਿਪੋर्ट ਦਿੱਤੀ ਉਹਦੇ ਵਿੱਚ ਵੀ ਕਿਤੇ ਨਹੀਂ ਲਿਖਿਆ ਦਾ ਇਲੀਗਲ ਮਾਈਨਿੰਗ ਕੀਤੀ। ਉਹਨਾਂ ਨੇ ਕਿਹਾ ਕਿ ਇਹਨਾਂ ਨੇ ਸਿਰਫ ਨਾਕੇ ਲਾਏ ਦੇ ਆ, ਨਾਕੇ ਦੇ ਬੰਦੇ ਬੈਠੇ ਦੇ ਆ, ਪੈਸੇ ਕਲੈਕਟ ਨਹੀਂ ਕਰਦੇ। ਉਹ ਗੁੰਡਾ ਟੈਕਸ ਦੇ ਨਾਮ ਤੋਂ ਮਸ਼ਹੂਰ ਹੋਇਆ, ਉਹ ਗੁੰਡਾ ਟੈਕਸ ਕਲੈਕਟ ਨਹੀਂ ਕਰਦੇ, ਔਰ ਉਹਨਾਂ ਦੀ ਰਿਪੋर्ट ਵਿੱਚ ਗੁੰਡਾ ਟੈਕਸ ਕਲੈਕਟ ਨਹੀਂ ਕਰਦੇ। और ਉਹਦੇ ਸਾਰੀ ਸੀਬੀਆਈ ਚ ਗਿਆ, ਸੀਬੀਆਈ ਨੇ ਕ੍ਰਿਮੀਨਲ ਇਨਕੁਆਇਰੀ ਹੋਈ, ਉਹਦੀ ਰਿਪੋर्ट ਆ ਗਈ ਹਾਈ ਕੋਰਟ, ਹਾਈ ਕੋਰਟ ਨੇ ਜਿਹੜੇ ਸਾਰਾ ਚੀਜ਼ਾਂ ਪੜ੍ਹੀਆਂ, ਉਹਦੇ ਚ ਫਾਈंडिंग ਦੇ ਦਿੱਤੀ ਕਿ ਠੀਕ ਹੈ ਬਈ ਇਹ ਜਿਹੜਾ ਵੀ ਚੀਜ਼ ਹੋਈ ਹੈ ਨਹੀਂ ਹੋਈ ਜਾਂ ਹੋਈ, ਤੇ ਜੋ ਵੀ ਹੈ ਉਹਨਾਂ ਨੇ ਮੈਨੂੰ ਕਲੀਅਰ ਕਰ ਦਿੱਤਾ। ਤੇ ਇਹ ਖਾਲੀ ਮਜੀਠੀਆ ਸਾਹਿਬ ਨੂੰ ਕੁਝ ਅੱਧੇ ਕਾਗਜ਼ ਦਿੱਤੇ ਗਏ ਕਿ ਉਹਨਾਂ ਨੂੰ ਦਿੱਤਾ ਗਿਆ ਕਿ ਸੀਬੀਆਈ ਇਨਕੁਆਇਰੀ ਹੋ ਗਈ ਇਹਨਾਂ ਤੇ, ਉਹਦੇ ਬਾਅਦ ਇਨਕੁਆਇਰੀ ਤੋਂ ਬਾਅਦ ਫੈਸਲਾ ਕੀ ਹੋਇਆ ਉਹ ਕਿਸੇ ਨੇ ਦੱਸਿਆ ਨਹੀਂ। ਅੱਛਾ, ਆਮ ਆਦਮੀ ਪਾਰਟੀ ਦਾ ਇਲਜ਼ਾਮ ਲਗਾ ਰਹੀ ਹੈ ਕਿ ਤੁਸੀਂ ਤਾਂ ਅਕਾਲੀਆਂ ਦੇ ਸਮੇਂ ਤੋਂ। ਨਹੀਂ ਸਰ, ਅਸੀਂ ਅਕਾਲੀਆਂ ਦੇ ਟਾਈਮ ਦੇ ਨਹੀਂ, ਅਸੀਂ 2019 ਵਿੱਚ ਟੈਂਡਰ ਐਡਵਰਟਾਈਜ਼ ਹੋਇਆ, ਠੀਕ ਹੈ, 19 ਚ ਅਸੀਂ ਪਾਰਟਿਸਿਪੇਟ ਕੀਤਾ, 20 ਚ ਅਸੀਂ ਕੰਮ ਸਟਾਰਟ ਕੀਤਾ। ਉਸ ਤੋਂ ਪਹਿਲੇ ਕਦੇ ਅਸੀਂ ਮਾਈਨਿੰਗ ਦਾ ਕੰਮ ਨਹੀਂ ਕੀਤਾ ਪੰਜਾਬ ਵਿੱਚ ਸਰ। ਕਹਿੰਦੇ ਤੁਸੀਂ ਚੰਨੀ ਸਾਹਿਬ ਦੇ ਬਹੁਤ ਨੇੜੇ ਰਹੇ। ਨਹੀਂ ਸਰ, ਐਸਾ ਕੁਝ ਨਹੀਂ। ਅਸੀਂ ਤਾਂ ਸਰ ਜਿਹੜਾ ਕੰਸਰਨ ਡਿਪਾਰਟਮੈਂਟ ਹੁੰਦਾ ਜਾਂ ਕੰਸਰਨ ਜਿਹੜੇ ਮੰਤਰੀ ਹੁੰਦੇ ਨੇ ਜਾਂ ਕੰਸਰਨ ਜਿਹੜਾ ਵੀ ਅਫਸਰ ਹੁੰਦਾ, ਸਾਡਾ ਤੇ ਉਹਨਾਂ ਨਾਲ ਜਿਹੜੀ ਵੀ ਪ੍ਰੋਬਲਮਾਂ ਜਾਂ ਪੇਮੈਂਟ ਜਮ੍ਹਾਂ ਕਰਾਣੀ ਉਹਨਾਂ ਦੇ ਸਾਡੇ ਨਾਲ ਗੱਲ, ਤੇ ਸਾਡੀ ਉਹਨਾਂ ਨਾਲ ਗੱਲ, ਇਹ ਤੇ ਰੂਟੀਨ ਸਿਸਟਮ ਹੈ ਸਰ। ਨਹੀਂ, ਤੁਸੀਂ ਪੰਜਾਬ ਤੋਂ ਕਹਿ ਰਹੇ ਹੋ ਕਿ ਅਸੀਂ 18 ਤਰੀਕ ਤੋਂ ਬਾਅਦ ਅਸੀਂ ਪੰਜਾਬ ਤੋਂ ਜਾਣਾ ਚਾਹੁੰਦੇ ਹਾਂ। ਦੇਖੋ ਜਿਹੜੇ ਇਲਜ਼ਾਮ ਤੁਹਾਡੇ ਤੇ ਲੱਗ ਰਹੇ ਨੇ ਉਸ ਦਾ ਇੱਕ ਇਹ ਵੀ ਮਤਲਬ ਨਿਕਲ ਰਿਹਾ ਕਿ ਜਦੋਂ ਕਾਂਗਰਸ ਸੱਤਾ ਦੇ ਵਿੱਚ ਸੀ ਤਾਂ ਤੁਸੀਂ ਪੰਜਾਬ ਦੇ ਵਿੱਚ ਬਿਜ਼ਨਸ ਕਰਨਾ ਚਾਹੁੰਦੇ ਸੀ, ਹੁਣ ਚਲੀ ਗਈ ਤਾਂ ਹੁਣ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ, ਤੁਸੀਂ ਛੱਡਣਾ ਚਾਹੁੰਦੇ ਹੋ ਪੰਜਾਬ। ਉਸ ਟਾਈਮ ਵੀ ਨਹੀਂ ਕਰਨਾ ਚਾਹੁੰਦੇ ਸੀ ਨਾ, ਅਸੀਂ ਛੱਡਣਾ ਕੰਮ ਕਰਨਾ ਹੀ ਨਹੀਂ ਚਾਹੁੰਦੇ ਸਰ। ਅਸੀਂ ਜਿਸ ਟਾਈਮ ਲਿਆ ਕੰਮ ਉਹਦੇ 6 ਮਹੀਨੇ ਬਾਅਦ ਹੀ ਅਸੀਂ ਕੰਮ ਨੂੰ ਛੱਡਣਾ ਚਾਹੁੰਦੇ ਸੀ, ਬਟ ਉਹ ਕੋਈ ਪ੍ਰੋਸੀਜਰ ਐਸੇ ਨੇ, ਐਗਰੀਮੈਂਟ ਐਸੇ ਨੇ ਜਿਹੜੇ ਨਹੀਂ ਛੱਡ ਸਕਦੇ ਜੀ। ਅਦਰਵਾਈਜ਼ ਅਸੀਂ ਕੰਮ ਲੈਣ ਤੋਂ 6 ਮਹੀਨੇ ਬਾਅਦ ਜਿਲੇ ਸੀਬੀਆਈ ਦਾ ਕੇਸ ਬਣਿਆ ਜੀ, 6 ਮਹੀਨੇ ਬਾਅਦ ਹੀ ਬਣ ਗਏ ਸੀ ਸੀਬੀਆਈ ਦਾ ਜਿਹੜਾ ਇਨਕੁਆਇਰੀ ਵਾਲਾ ਬਣਿਆ, ਉਹਦੇ ਬਾਅਦ ਹੀ ਅਸੀਂ ਸੋਚਿਆ ਕਿ ਨਹੀਂ ਯਾਰ ਇੱਥੇ ਸਾਨੂੰ ਨਹੀਂ ਹੈ ਸਹੂਲਤ, ਬਟ ਕਿਹਾ ਕਿ ਐਗਰੀਮੈਂਟ ਦੇ ਹਿਸਾਬ ਨਾਲ ਸਾਨੂੰ ਇਹ 3 ਸਾਲ ਕਰਨੇ ਹੀ ਪੈਣੇ ਸੀ, ਅਦਰਵਾਈਜ਼ ਦੋ ਹੀ ਚੀਜ਼ਾਂ, ਜਾਂ ਟਰਮੀਨੇਸ਼ਨ ਤੇ ਟਰਮੀਨੇਸ਼ਨ ਬਾਅਦ ਬਲੈਕ ਲਿਸਟਿੰਗ। ਉਹ ਕਿਉਂਕਿ ਸਾਡੀ ਫਰਮ ਹੈ, ਬੜੇ ਕੰਮ ਚੱਲਦੇ ਸਾਡੇ, ਅਸੀਂ ਉਹ ਨਹੀਂ ਚਾਹੁੰਦੇ ਕਿ ਸਾਡੇ ਤੇ ਉਹ ਦਾਗ ਲੱਗੇ, ਉਸ ਵਜ੍ਹਾ ਨਾਲ ਅਸੀਂ ਕੰਮ ਕੀਤਾ। ਅਦਰਵਾਈਜ਼ ਕੋਈ ਇੰਟਰਸਟਿਡ ਨਹੀਂ ਹੈ ਸਰ, ਸਾਡੇ ਹੋਰ ਬੜੇ ਕੰਮ ਹਨ। ਅਸੀਂ ਜੰਮੂ ਕੰਮ ਕਰਦੇ ਹਾਂ, ਆਊਟ ਆਫ ਬਾਕੀ ਸਟੇਟਾਂ 'ਚ ਵੀ ਕੰਮ ਕਰਦੇ ਹਾਂ, ਕੰਮਾਂ ਦੀ ਕਮੀ ਨਹੀਂ ਹੈ ਸਰ, ਐਸਾ ਕੁਝ ਨਹੀਂ ਹੈ। ਹੁਣ ਸਾਡੇ ਮਾਨ ਸਾਹਿਬ ਨੇ ਉਹ ਬੰਬੇ ਗਏ, ਉਹ ਵੀ ਇਨਵੈਸਟਰਾਂ ਨੂੰ ਕਹਿ ਰਹੇ ਆ ਕੇ ਇਨਵੈਸਟ ਇੱਥੇ ਕਰੋ। ਮੈਨੂੰ ਦੱਸੋ ਮੈਂ ਕਿ ਅਸੀਂ ਰੋਪੜ ਡਿਸਟ੍ਰਿਕਟ ਮੇਰੇ ਕੋਲ ਸੀ ਸਰ, ਰੋਪੜ ਤੇ ਮੋਹਾਲੀ 20 ਸਾਲ ਦਾ ਟੋਟਲ ਮਾਲ ਲੋ ਰੈਵਨਿਊ, ਇੰਨਾ ਰੈਵਨਿਊ 20 ਸਾਲ ਦਾ ਕਿਸੇ ਨੇ ਨਹੀਂ ਦਿੱਤਾ ਹੋਣਾ, ਪੂਰੇ 20 ਸਾਲ ਦਾ, ਜਿੰਨਾ ਮੈਂ 2 ਸਾਲ ਦਾ ਦਿੱਤਾ ਸਰ।
ਜਿੰਨਾ 2 ਸਾਲ ਦਾ। ਆਪਾਂ ਗੱਲ ਕਰੀਏ ਸਿਰਫ ਰੈਵਨਿਊ ਦੀ। ਨਹੀਂ ਦੇਖੋ ਰਾਕੇਸ਼ ਜੀ, ਤੁਸੀਂ 100 ਕਰੋੜ ਦੇ ਕਰੀਬ ਦਾ ਜ਼ਿਕਰ ਕਰ ਰਹੇ ਹੋ। ਤੁਸੀਂ 100 ਕਰੋੜ ਦਾ ਜ਼ਿਕਰ ਕਰ ਰਹੇ ਹੋ, ਇੱਥੇ ਚਰਚਾਵਾਂ ਹੋ ਰਹੀਆਂ ਕਿ ਸਾਲ ਦੇ ਵਿੱਚ 20-25 ਹਜ਼ਾਰ ਕਰੋੜ ਮਾਈਨਿੰਗ ਤੋਂ ਕੱਢਿਆ ਜਾ ਸਕਦਾ। ਤੁਸੀਂ ਕਹਿ ਰਹੇ ਹੋ ਕਿ 3 ਸਾਲ ਦੇ ਵਿੱਚ ਦੇਖੋ 3-350 ਕਰੋੜ ਆ ਗਿਆ। ਕਹਿੰਦੇ ਇੱਕ ਸਾਲ 'ਚ 20,000 ਕਰੋੜ ਆ ਸਕਦਾ। ਇੰਨਾ ਵੱਡਾ ਘਪਲਾ ਹੁੰਦਾ ਇਸ ਦੇ ਪਿੱਛੇ ਮਾਈਨਿੰਗ ਦੇ ਵਿੱਚ। ਮੈਂ ਸਰ ਕਹਿ ਰਿਹਾ ਅਸੀਂ ਤਾਂ 3 ਸਾਲ ਹੀ ਆਏ ਆ। 3 ਸਾਲ ਤੋਂ ਪਹਿਲੇ 17 ਸਾਲ ਵਿੱਚ ਕੀ ਕੀਤਾ ਜਿਹੜਾ ਇਹਨਾਂ ਨੇ ਸਟੇਟਮੈਂਟ ਦਿੱਤੀ, ਪਿਛਲੇ 17 ਸਾਲਾਂ 'ਚ ਕਿੰਨਾ ਰੈਵਨਿਊ ਆਇਆ। ਅੱਛਾ, ਇੱਕ ਹੋਰ ਤੁਹਾਡੇ ਉੱਤੇ ਇਲਜ਼ਾਮ ਹੈ 20,000 ਕਰੋੜ ਛੋੜ ਕੇ ਜਿੰਨਾ ਮਰਜ਼ੀ ਆ ਸਕਦਾ ਰੈਵਨਿਊ, ਕਿਉਂ ਨਹੀਂ ਆ ਸਕਦਾ? ਹੁਣ ਤੁਸੀਂ 5.5 ਦੀ ਜਗ੍ਹਾ 5,500 ਕਰ ਦਿਓ ਰੇਟ। ਅੱਛਾ, ਰੈਵਨਿਊ ਕੀ ਹੈ? ਰੈਵਨਿਊ ਵਧਾਣਾ ਕੋਈ ਉਹ ਥੋੜੇ, ਤੁਸੀਂ 5.5 ਰੁਪਏ ਫੁੱਟ ਵੇਚਦੇ ਹੋ, 5,500 ਰੁਪਏ ਫੁੱਟ ਵੇਚੋ, ਹੁਣ ਮਲਟੀਪਲਾਈ ਕਰ ਲਓ, ਆਪਣੇ ਆਪ ਉतना ਰੈਵਨਿਊ ਆ ਜਾਏਗਾ। ਤੁਸੀਂ ਕਹਿ ਰਹੇ ਹੋ ਬਿਨਾਂ ਰੇਟ ਵਧਾਏ ਰੈਵਨਿਊ ਨਹੀਂ ਵੱਧ ਸਕਦਾ? ਨਹੀਂ ਵੱਧ ਸਕਦਾ। ਫਿਰ ਤੁਸੀਂ ਕਿਵੇਂ ਵਧਾ ਦਿੱਤਾ? ਜਿਹੜਾ ਪਹਿਲਾਂ 10 ਕਰੋੜ 15 ਕਰੋੜ ਹੁੰਦਾ ਸੀ, ਤੁਸੀਂ 100 ਕਰੋੜ ਕਿਵੇਂ ਕਰ ਦਿੱਤਾ? ਫਿਰ ਸਰ ਅਸੀਂ ਰੇਟ ਵਧਾਇਆ ਨਾ, ਗਵਰਨਮੈਂਟ ਨੇ ਰੇਟ 9 ਰੁਪਏ ਕੀਤਾ। ਫਿਰ ਉਹਦੇ ਵਿੱਚ ਪੂਰਾ ਪਹਿਲੇ ਜਿਹੜਾ ਸਰ ਮਾਈਨਿੰਗ ਹੁੰਦੀ ਸੀ ਉਹ ਬਿਲਕੁਲ ਮੈਨੂਅਲ ਹੁੰਦੀ ਸੀ। ਮੈਨੂਅਲ ਸਿਸਟਮ ਨਾਲ ਮੈਨੂਅਲ ਪਰਚੀਆਂ ਕੱਟੀਆਂ ਜਾਂਦੀਆਂ ਸੀ, ਉਹਨਾਂ ਵਿੱਚ ਸੋ ਗੜਬੜ ਹੋ ਸਕਦੀ ਹੈ। ਅੱਜ ਕੱਲ ਸਰ ਜਿਸ ਜਗ੍ਹਾ ਮਾਈਨਿੰਗ ਹੁੰਦੀ ਹੈ, ਜਿਸ ਜਗ੍ਹਾ ਗੱਡੀ ਚੜਦੀ ਹੈ ਕੰਡੇ ਤੇ, ਜਿਸ ਜਗ੍ਹਾ ਪਰਚੀ ਕੱਟਦੀ ਹੈ, ਉੱਥੇ ਗਵਰਨਮੈਂਟ ਡਿਪਾਰਟਮੈਂਟ ਦਾ ਬੰਦਾ ਨਾਲ ਬੈਠਾ ਹੁੰਦਾ ਤੇ ਗੜਬੜ ਕਿੱਥੋਂ ਹੋਣੀ ਹੈ? ਮੈਨੂੰ ਦੱਸੋ। ਗਵਰਨਮੈਂਟ ਮੁਲਾਜ਼ਮ ਜੇਈ ਉੱਥੇ ਬੈਠਾ ਹੁੰਦਾ, ਔਰ ਜਿਹੜੀ ਵੀ ਸਾਡੀ ਗੱਡੀ ਲੋਡ ਹੁੰਦੀ ਹੈ ਉਹਦੀ ਪਰਚੀ ਜਦ ਨਿਕਲਦੀ ਹੈ ਤਾਂ ਉਹ ਅਪਰੂਵ ਕਰਦਾ ਹੈ ਗਵਰਨਮੈਂਟ ਜੇਈ, ਤਾਂ ਗੱਡੀ ਅੱਗੇ ਜਾਏਗੀ। ਉਹ ਪਹਿਲਾਂ ਦਾ ਸਿਸਟਮ ਹੋ ਰਹੀ, ਪਹਿਲਾਂ ਤਾਂ 10ਵੀਂ ਸਿਸਟਮ ਚੱਲਦਾ ਸੀ। ਉਸ ਟਾਈਮ ਕੀ ਕਰਦੇ ਰਹੇ ਕੀ ਸਾਨੂੰ ਨਹੀਂ ਪਤਾ, ਲੇਕਿਨ ਸਾਡੇ ਟਾਈਮ ਬਿਲਕੁਲ ਜਿਹੜਾ ਕੈਮਰੇ ਲੱਗੇ ਨੇ, ਕੰਡੇ ਲੱਗੇ ਨੇ, ਗੱਡੀਆਂ ਕੰਡੇ ਤੇ ਚੜਦੀਆਂ ਨੇ, ਉਹਦੇ ਪਰਚੀ ਕਟਾਉਂਦੀ ਹੈ ਔਰ ਜੇਈ ਡਿਪਾਰਟਮੈਂਟ ਦਾ ਗਵਰਨਮੈਂਟ ਦਾ ਜੇਈ ਅਪਰੂਵ ਕਰਦਾ ਹੈ, ਇਹ ਗੱਡੀ ਅੱਗੇ ਚੱਲਦੀ ਹੈ। ਤੇ ਚੋਰੀ ਕਿੱਥੇ ਹੋਣੀ ਹੈ ਸਰ? ਚਲੋ ਮੈਂ ਇਸ ਪੁਆਇੰਟ ਦੇ ਉੱਤੇ ਆਉਣਾ। ਤੁਸੀਂ ਕਹਿ ਰਹੇ ਹੋ ਕਿ ਬੜਾ ਸਿਸਟਮੈਟਿਕਲੀ ਕੰਮ ਹੁੰਦਾ, ਮੈਂ ਉਸ ਪੁਆਇੰਟ ਤੇ ਆਉਣਾ। ਪਰ ਇੱਕ ਪਹਿਲਾਂ ਭਲਾਣ ਵਾਲੀ, ਲੇਕਿਨ ਹਾਂ ਮੈਂ ਨਹੀਂ ਕਹਿ ਰਿਹਾ ਲੀਕੇਜ ਨਹੀਂ ਹੁੰਦੀ ਜੀ, ਲੀਕੇਜ ਹੁੰਦੀ ਹੈ, ਲੇਕਿਨ ਲੀਕੇਜ ਲੋਕੀ ਕਰਦੇ ਆ, ਨਾ ਕਿ ਕੰਟਰੈਕਟਰ ਕਰਦਾ। ਜਦ ਕੰਟਰੈਕਟਰ ਕੋਲ ਆਪਣਾ ਮਾਈਨਿੰਗ ਦਾ ਇੰਨਾ ਵੱਡਾ ਰਿਸੋਰਸ ਹੈ ਤਾਂ ਉਹ ਉਹਨਾਂ ਨੂੰ ਇੰਨੀ ਖੱਡਾ ਲਾਟ ਹੋਈ ਦੀਆਂ, ਉਹ ਇਲੀਗਲ ਕਿਉਂ ਕਰੇਗਾ? ਮੈਨੂੰ ਦੱਸੋ, ਉਹ ਇਲੀਗਲ ਕਿਉਂ? ਮੈਂ ਉਸ ਪੁਆਇੰਟ ਤੇ ਆਉਣਾ ਸਰ। ਮੈਂ ਕਿਉਂਕਿ ਤੁਹਾਡੇ ਤੇ ਰੋਪੜ ਦੇ ਭਲਾਣ ਦੇ ਵਿੱਚ ਡੀਸਿਲਟਿੰਗ ਵਾਲੇ ਇਲਜ਼ਾਮ ਵੀ ਲੱਗੇ, ਕੁਝ ਸੈਟੇਲਾਈਟ ਦੇ ਜ਼ਰੀਏ ਵੀ ਦੇਖਿਆ ਗਿਆ, ਉਹ ਵੀ ਤੁਹਾਡੇ ਉੱਪਰ ਇਲਜ਼ਾਮ ਲੱਗੇ। ਸਰ ਜਿਹੜੀ ਭਲਾਣ ਦੀ ਗੱਲ ਕਰਦੇ ਆ, ਜਿਹੜੀ ਵੀ ਇਹ ਖੱਡਾਂ ਦੀ ਗੱਲ ਕਰਦੇ ਆ, ਇਹਦਾ ਤੇ 600 ਕਰੋੜ ਰੁਪਇਆ ਪਿਛਲੇ ਠੇਕੇਦਾਰਾਂ ਤੇ ਆਲਰੇਡੀ ਇਹਨਾਂ ਨੇ ਰਿਕਵਰੀਆਂ ਕੱਢੀਆਂ ਦੀਆਂ ਨੇ। ਉਹ ਪੁਰਾਣੀ ਮਾਈਨਿੰਗ ਹੈ, ਪਿਛਲੇ 7-7 8-8 10-10 ਸਾਲ ਦੀ, ਉਹ ਸੈਟੇਲਾਈਟ ਨਾਲ ਕਰ ਦਿੰਦੇ ਆ। ਤੁਸੀਂ ਉਹ ਦੇਖੋ ਨਾ, ਇਹਨਾਂ ਨੇ ਪਿਛਲੇ ਕੰਟਰੈਕਟਰ ਜਿਹੜੇ ਵੀ ਸੀ ਸਾਡੇ ਤੋਂ ਪਹਿਲੇ 600 ਕਰੋੜ ਰੁਪਏ ਰਿਕਵਰੀ ਕੱਢੀ ਸੀ, ਉਹਨਾਂ ਖੱਡਾਂ ਦੀ ਸੀ, ਉਹਨਾਂ ਦੇ ਖਸਰਾ ਨੰਬਰ ਦੀ ਸੇਮ। ਉਹ ਮੈਂ ਸਾਰੇ ਕੋਰਟ ਅੱਗੇ ਫੈਕਟਸ ਰੱਖੇ ਤੇ ਤਾਂ ਮੇਰੀ ਵੇਲ ਹੋਈ ਜੀ। ਮੈਂ ਕਿਹਾ ਸਰ ਇਹ ਵੀ ਖਸਰੇ ਨੰਬਰ ਮੈਨੂੰ ਕਹਿ ਰਹੇ ਨੇ, ਇਹ ਵੀ ਖਸਰੇ ਨੰਬਰ ਉਹ 600 ਕਰੋੜ ਵਾਲੇ ਨੂੰ ਕਹਿ ਰਹੇ ਨੇ, ਇਹ ਵੀ ਖਸਰੇ ਨੰਬਰ ਉਹ ਫਲਾਣਾ ਇੱਕ ਹੋਰ FIR ਹੈ ਉਹਦੇ ਤੇ ਕਹਿ ਰਹੇ ਨੇ। ਇੱਕੋ ਜ਼ੁਲਮ ਦੇ 3-4 ਬੰਦਿਆਂ ਨੂੰ ਸਜ਼ਾ ਦੇ ਰਹੇ ਹੋ ਤੁਸੀਂ। 3-4 ਬੰਦਿਆਂ ਤੇ ਇੱਕੋ ਹੀ ਖੱਡ ਦੀ FIR ਲਾਈ ਜਾ ਰਹੇ ਹੋ। ਸਰ ਇਹ ਚੀਜ਼ਾਂ ਬਾਕੀ FIR ਦੇਖੋ ਉਹ ਹਰ ਕਿਤੇ ਸੱਚੀਆਂ ਝੂਠੀਆਂ ਲੱਗਦੀਆਂ ਨੇ, ਬਾਕੀ ਟ੍ਰਾਇਲ ਵਿੱਚ ਉਹ ਸਾਰੀ ਚੀਜ਼ਾਂ ਤੁਹਾਡੇ ਸਾਹਮਣੇ ਹੁੰਦੀ ਹੈ ਜੋ ਵੀ ਹੁੰਦਾ। ਰਾਕੇਸ਼ ਜੀ ਦੇਖੋ, ਤੁਸੀਂ ਇਹ ਗੱਲਾਂ ਕਹਿ ਰਹੇ ਹੋ, ਇਹ ਆਮ ਲੋਕਾਂ ਦੀ ਸ਼ਾਇਦ ਤੁਹਾਡੇ ਕੋਲ ਵੀ ਪਹੁੰਚੀ ਹੋਵੇਗੀ। ਇੱਕ ਧਾਰਨਾ ਬਣੀ ਹੋਈ ਹੈ ਕਿ ਬੜੇ ਪਾਵਰਫੁਲ ਲੋਕ ਹੁੰਦੇ ਨੇ ਜਿਹੜੇ ਮਾਈਨਿੰਗ ਦਾ ਕੰਮ ਕਰਦੇ ਨੇ, ਕਿ ਇਹਨਾਂ ਦੇ ਲਈ ਕੋਈ FIR, ਕੋਈ ਪਰਚੇ, ਕੋਰਟ ਅਦਾਲਤਾਂ ਕੋਈ ਵੱਡੀ ਗੱਲ ਨਹੀਂ ਹੁੰਦੀ ਉੱਥੇ ਜਾਣਾ। ਇਹ ਇਸ ਤਰੀਕੇ ਦੀ ਧਾਰਨਾ ਹੈ। ਜਿਹੜੇ ਤੁਸੀਂ ਕਹਿ ਰਹੇ ਹੋ ਕਿ ਪਰਚੀ ਕੱਟੀ ਜਾਂਦੀ ਹੈ, ਹਰ ਥਾਂ ਦੇ ਉੱਤੇ ਸਰਕਾਰ ਦਾ ਬੰਦਾ ਹੁੰਦਾ ਹੈ, ਪਰ ਇਲਜ਼ਾਮ ਲੱਗਦੇ ਨੇ ਕਿ ਜਿੰਨੀ ਉੱਥੇ ਮਾਈਨਿੰਗ ਕਰਨ ਦੀ ਜਾਂ ਖੱਡ ਦੇ ਵਿੱਚ ਪੁੱਟਣ ਦੀ ਇਜਾਜ਼ਤ ਹੁੰਦੀ ਹੈ, ਉਸ ਤੋਂ ਕਈ 100 ਗੁਣਾ ਜ਼ਿਆਦਾ ਕੱਢ ਦਿੱਤਾ ਜਾਂਦਾ ਰੇਤਾ। ਇਹ ਇਲਜ਼ਾਮ ਨਵਜੋਤ ਸਿੱਧੂ ਕਹਿੰਦੇ ਰਹੇ ਜਦੋਂ ਉਹ ਸੱਤਾ ਦੇ ਵਿੱਚ ਨਹੀਂ ਆਏ ਸੀ। ਮੌਜੂਦਾ ਸਰਕਾਰ ਵੀ ਇਲੈਕਸ਼ਨ ਦੇ ਦੌਰਾਨ ਇਸ ਚੀਜ਼ ਦਾ ਬਹੁਤ ਜ਼ਿਕਰ ਕਰਦੀ ਰਹੀ। ਸਰ ਮੈਂ ਕਹਿ ਰਿਹਾ ਨਾ ਕੱਢਦੇ ਹੋਣਗੇ, ਲੇਕਿਨ ਉਹ ਪਹਿਲੇ, ਹੁਣ ਪੂਰਾ ਸਿਸਟਮ ਇਸ ਤਰ੍ਹਾਂ ਦਾ ਬਣਾ ਦਿੱਤਾ ਦਾ ਗਵਰਨਮੈਂਟ ਨੇ ਕਿ ਬਿਲਕੁਲ ਤੁਸੀਂ ਕਰ ਹੀ ਨਹੀਂ ਸਕਦੇ ਇਲੀਗਲ ਮਾਈਨਿੰਗ, ਕਿਉਂਕਿ ਬਿਨਾਂ ਕਿਊ ਫਾਰਮ, ਇੱਕ ਕਿਊ ਫਾਰਮ ਹੁੰਦਾ ਹੈ, ਇੱਕ ਸਾਡਾ ਆਪਣਾ ਮਾਈਨਿੰਗ ਪਰਚੀ ਹੁੰਦੀ ਹੈ, ਉਹ ਅੱਗੇ 50 ਏਜੰਸੀਆਂ ਚੈੱਕ ਕਰਦੀਆਂ, ਪੁਲਿਸ ਚੈੱਕ ਕਰਦੀ ਹੈ, ਮਾਈਨਿੰਗ ਡਿਪਾਰਟਮੈਂਟ ਚੈੱਕ ਕਰਦਾ ਹੈ। ਉਹ ਸਾਰੀ ਚੀਜ਼ਾਂ ਇਸ ਟਾਈਮ ਬਿਲਕੁਲ ਓਲਡ, ਪਹਿਲਾ ਸਿਸਟਮ ਕੁਝ ਹੋਰ ਹੀ, ਜ਼ਿਲ੍ਹੇ ਤੁਹਾਨੂੰ ਰੈਵਨਿਊ 6 ਕਰੋੜ ਸਾਲ ਦਾ, 7 ਕਰੋੜ ਸਾਲ ਦਾ, 8 ਕਰੋੜ ਸਾਲ ਦਾ ਆਉਂਦਾ ਰਿਹਾ। ਉਸ ਟਾਈਮ 10 ਪਰਚੀਆਂ ਕੱਢਦੇ ਸੀ, ਹੱਥ ਨਾਲ ਪਰਚੀ ਹੁੰਦੀ ਸੀ। ਉਸ ਟਾਈਮ ਬੰਦਾ ਕੁਝ ਵੀ ਕਰ ਲੈਂਦਾ ਸੀ, ਉਹ ਗੱਲ ਵੱਖਰੀ ਹੈ। ਅੱਜ ਕੱਲ੍ਹ ਕੈਮਰੇ ਲੱਗੇ ਨੇ ਸਰ, ਕੈਮਰਿਆਂ 'ਚ। ਔਰ ਅੱਜ ਦੀ ਡੇਟ ਹੀ ਸਰ ਐਸਾ ਪੋਰਟਲ ਹੈ
कि अगर कोई गड्डी एक निकलती है तो मंत्री साहब अपने लैपटॉप से खोल के देख सकते हैं कि गड्डी केड़ी कित्थों जा रही है, सैकटरी साहब देख सकते हैं, डायरैक्टर साहब देख सकते हैं। तो वो सारी चीज़ें अजकल तो ऑनलाइन सिस्टम है। अजकल तो वो चीज़ वो सोच ही नहीं सकता कि कोई बंदा अजकल लीकेज कर रहा। हाँ लीकेज होंगी जी, देखो दिन रात को किसी को पिंड पुंड नूं ट्राली टूली चाहिए जे वो रात देर सवेर कर लेंदा है, तो वो तो छोटी गल है। वो तो असीं उस चीज़ नूं नहीं कह सकते। साडा दिने दिने काम चलता है, दिन दिन नूं काम चलता है, दिन दिन उत्थे अफसर हुंदा बैठा जिहड़ा पर्ची अप्रूव करदा सर। बिना पर्ची अप्रूवल तो साडी गड्डी नहीं अगे जा सकती सर। ਤੁਸੀਂ ਜਿਹੜੇ ਦਾਅਵੇ ਕਰ ਰਹੇ ਹੋ ਉਹ ਹੁਣ ਕਿੰਨਾ ਗਲੇ ਉਤਰਦੇ ਨੇ ਪੋਲੀਟੀਕਲ ਪਾਰਟੀਆਂ ਦੇ, ਉਹ ਵੀ ਦੇਖਣਾ ਰਹੇਗਾ। ਪਰ ਰਾਕੇਸ਼ ਜੀ, ਤੁਸੀਂ ਦੋ ਅਹਿਮ ਜਿਹੜੇ ਤੁਹਾਡੇ ਉੱਤੇ ਇਲਜ਼ਾਮ ਲੱਗੇ, ਮੈਂ ਬਾਕੀ ਵੀ ਬਹੁਤ ਸਾਰੇ ਸਵਾਲ ਤੁਹਾਨੂੰ ਪੁੱਛੇ ਨੇ। ਪਹਿਲਾ ਕਿ ਤੁਸੀਂ ਭਗੌੜੇ ਨਹੀਂ ਕਿਸੇ ਵੀ ਕੇਸ ਦੇ ਵਿੱਚ ਕਦੇ ਵੀ ਐਲਾਨੇ ਗਏ ਅਦਾਲਤ ਦੇ ਵੱਲੋਂ, ਤੇ ਪੁਆਇੰਟ ਨੰਬਰ 2 ਜਿਹੜਾ ਠੇਕਾ ਤੁਹਾਡਾ ਮਾਰਚ ਤੱਕ ਦਾ ਸੀ, ਤੁਸੀਂ ਕੋਈ ਰਿਨਿਊ ਨਹੀਂ ਕਰਵਾਇਆ ਜਾਂ ਨਹੀਂ ਕੀਤਾ ਸਰਕਾਰ ਨੇ, ਬਲਕਿ ਉਹ ਠੇਕੇ ਤੁਹਾਡੇ ਆਲਰੇਡੀ ਮਾਰਚ ਤੱਕ ਹੈਗੇ ਨੇ। ਦੋਵੇਂ ਗੱਲਾਂ ਤੁਸੀਂ ਦਾਅਵਾ ਕਰ ਰਹੇ ਹੈਗੇ ਰੀਸਟੋਰ ਕੀਤੇ, ਜਿਹੜੀ ਟਰਮੀਨੇਸ਼ਨ ਕੀਤੀ ਉਹ ਰੀਸਟੋਰ ਹੋ। ਠੀਕ ਹੈ, ਤਾਂ ਵਿਕਰਮ ਮਜੀਠੀਆ ਤੇ ਜਿਹੜੇ ਇਲਜ਼ਾਮ ਲਗਾ ਰਹੇ ਨੇ ਉਹ ਗਲਤ ਨੇ, ਤੁਸੀਂ ਇਹ ਦਾਅਵਾ ਕਰ ਰਹੇ ਹੋ? ਨਹੀਂ, ਵਿਕਰਮ ਮਜੀਠੀਆ ਸਾਹਿਬ ਇਲਜ਼ਾਮ ਜੋ ਲਗਾ ਰਹੇ ਨੇ ਉਹਨਾਂ ਨੂੰ ਇਹੋ ਹੀ ਗੱਲ ਕਹਾਂਗਾ ਕਿ ਉਹਨਾਂ ਨੂੰ ਅੱਧੇ ਡਾਕੂਮੈਂਟ ਦਿੱਤੇ ਗਏ। ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਉਹਨਾਂ ਨੇ ਪੀਓ ਵਾਸਤੇ ਅਪਲਾਈ ਕੀਤਾ ਕੋਰਟ ਨੇ, ਬਟ ਬਾਅਦ ਵਿੱਚ ਮੈਂ ਅਰੈਸਟ ਹੋ ਗਿਆ, ਉਹਨਾਂ ਨੇ ਵਾਪਸ ਲੈ ਲਿਆ। ਦੇਖੋ ਪੁਲਿਸ ਨੇ ਪੀਓ ਵਾਸਤੇ ਅਪਲਾਈ ਕੀਤਾ ਕਿ ਇਹਨੂੰ ਪੀਓ ਕੀਤਾ ਜਾਏ, ਉਹ ਇਨ ਬਿਟਵੀਨ ਮੈਂ ਅਰੈਸਟ ਹੋ ਗਿਆ। ਨਾਲ ਹੀ 15 ਤਰੀਕ ਉਹਨਾਂ ਨੇ ਚਿੱਠੀ ਲਿਖ ਕੇ ਕਿ ਅਸੀਂ ਵਾਪਸ ਲੈਣੇ ਆ ਵਾਰੰਟ, ਤਾਂ ਕਿ ਇਹ ਕਿਉਂਕਿ ਬੰਦਾ ਅਰੈਸਟ ਹੋ ਚੁੱਕਿਆ ਹੈ। ਠੀਕ ਹੈ, ਉਹਨਾਂ ਨੂੰ ਉਹ ਅੱਧਾ ਫੈਕਟ ਦਿੱਤੇ ਗਏ। ਠੀਕ ਹੈ, ਸੀਬੀਆਈ ਵਾਲਾ ਉਹਨਾਂ ਨੂੰ ਜਿਹੜੇ ਵੀ ਬੰਦੇ ਜਿਹੜੇ ਵੀ ਸਾਰੇ ਕੰਪੀਟੀਟਰ ਹੋਣਗੇ ਉਹਨਾਂ ਨੇ ਦਿੱਤੇ ਹੋਣੇ ਨੈਚੁਰਲੀ। ਸੀਬੀਆਈ ਦਾ ਉਹਨਾਂ ਨੇ ਦਿੱਤਾ ਉਹ ਆਰਡਰ ਜਿਹੜਾ ਕਿ ਕੋਰਟ ਨੇ ਆਰਡਰ ਕੀਤਾ ਕਿ ਸੀਬੀਆਈ ਇਨਕੁਆਇਰੀ ਕੀਤੀ ਜਾਏ, ਲੇਕਿਨ ਉਹਦੇ ਬਾਅਦ ਉਹਦਾ ਅੱਗੇ ਕੀ ਬਣਿਆ ਉਹ ਕਾਗਜ਼ ਨਹੀਂ ਦਿੱਤੇ ਗਏ। ਮਜੀਠੀਆ ਸਾਹਿਬ ਵੀ ਗਲਤ ਨਹੀਂ ਹੈ, ਲੇਕਿਨ ਉਹਨਾਂ ਨੂੰ ਗਲਤ ਕਾਗਜ਼ ਵੀ ਗਲਤ ਦਿੱਤੇ ਗਏ ਨਾ। ਬੜੀ ਤਿਆਰੀ ਨਾਲ ਪਹੁੰਚੇ ਸੀ, ਬਹੁਤ ਤਿਆਰੀ ਨਾਲ ਪੂਰੇ ਦਸਤਾਵੇਜ਼ਾਂ ਦੇ ਨਾਲ ਪਹੁੰਚੇ। ਇਹੋ ਹੀ ਮਜੀਠੀਆ ਸਾਹਿਬ ਅੱਗੇ ਰਿਕੁਐਸਟ ਹੈ ਕਿ ਕਮ ਸੇ ਕਮ ਪੂਰਾ ਇੱਕ ਵਾਰ ਪੂਰਾ ਕੋਈ ਵੀ ਲੈਟਰ ਹੈ ਉਹਦੀ ਅੱਗੇ ਕਾਰਸਪੋਂਡੈਂਸ ਕੀ ਹੋਈ ਹੈ ਉਹ ਵੀ ਜੇ ਤੇ ਥੋੜਾ ਕਲੈਰਿਟੀ ਹੋ ਜਾਂਦੀ। ਠੀਕ ਹੈ, ਇਹ ਚੀਜ਼ ਹੈ ਸਰ। ਬਾਕੀ ਉਹਨਾਂ ਨੂੰ ਅੱਗੇ ਫਰਦਰ ਫਿਰ ਹੁਣ ਤੁਹਾਡਾ ਕੀ ਸਟੈਪ ਹੈ? ਕਿਉਂਕਿ ਦੇਖੋ ਤੁਹਾਡੇ ਨਾਮ ਦਾ ਬਹੁਤ ਚਰਚਾ ਪਿਛਲੇ 24 ਘੰਟਿਆਂ ਦੇ ਵਿੱਚ ਹੋਈ ਹੈ ਔਰ ਇੱਕ ਤਰੀਕੇ ਨਾਲ ਤੁਹਾਨੂੰ ਸਵਾਲਾਂ ਦੇ ਇੱਕ ਟਹਿਰੇ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਗਿਆ, ਮੁਲਜ਼ਮ ਬਣਾ ਦਿੱਤਾ ਗਿਆ, ਇੱਥੋਂ ਤੱਕ ਕਿ ਭਗੌੜਾ ਕਰਾਰ ਦੇ ਦਿੱਤਾ ਗਿਆ। ਹੁਣ ਰਾਕੇਸ਼ ਕੁਮਾਰ ਚੌਧਰੀ ਅੱਗੇ ਕੀ ਸਟੈਪ ਚੁੱਕਣਗੇ, ਅੱਗੇ ਕੀ ਤੁਸੀਂ ਕਰੋਗੇ? ਸਰ ਮੈਂ ਤਾਂ ਦੇਖੋ ਮੈਂ ਇੱਕੋ ਗੱਲ ਕਹਿ ਰਿਹਾ ਕਿ ਰੋਪੜ ਡਿਸਟ੍ਰਿਕਟ ਦਾ ਜਿੰਨਾ 20 ਸਾਲ ਦਾ ਰੈਵਨਿਊ ਆਇਆ ਮੈਂ 2 ਸਾਲ ਵਿੱਚ ਦਿੱਤਾ। ਕੋਈ ਵੀ ਸਾਰਾ ਟੈਕਸ ਕਢਾ ਲਓ। ਬਾਕੀ ਮੇਰੀ ਹੁਣ ਕੀ ਕਰਨਾ, ਮੇਰੀ ਲੀਗਲ ਟੀਮ ਜਿਹੜੀ ਹੈ ਆਪਣੀ ਉਹ ਸਾਡੇ ਵਕੀਲ ਸ਼ਕੀਲ ਜੋ ਵੀ ਹੈ ਦੇਖਣਗੇ ਕੀ ਕਰਨਾ ਕੀ ਨਹੀਂ ਕਰਨਾ। ਬਟ ਇਹ ਅਸੀਂ ਮਜੀਠੀਆ ਸਾਹਿਬ ਅੱਗੇ ਮੇਰੀ ਇੱਕੋ ਰਿਕੁਐਸਟ ਹੈ ਕਿ ਪਲੀਜ਼ ਸਾਰੇ ਫੈਕਟਸ ਦੇਖ ਕੇ ਤੇ ਥੋੜਾ ਕਰਨ, ਕਿਉਂਕਿ ਹਰ ਬੰਦੇ ਦੀ ਅਗਰ ਰਿਸਪੈਕਟ ਹੁੰਦੀ ਹੈ। ਅਸੀਂ ਬੜਾ ਕੰਮ ਕਰ ਰਹੇ ਹਾਂ, ਲੇਕਿਨ ਕਦੇ ਐਸਾ ਇਹ ਸਾਡੇ ਨਾਲ ਪਹਿਲੀ ਵਾਰ ਐਸਾ ਸਿਸਟਮ ਬਣਿਆ ਕਿ ਅਸੀਂ ਇੱਕ एडे बड़े बंदे एडा बड़ा बिजनेस करने 200 करोड़ रुपया गौरमेंट नूं दिंदे आ ते सानूं एक चोरी दे केस विच झूठे केस चारे दे चारे केस मेरे झूठे केस मैनूं इन्हां ने 1.5 महीना जेल च रखिया। चलो कोई नहीं, वो फेस करांगे। बाकी मैं सीएम साहब नूं भी चीफ सैकटरी साहब नूं भी लैटर लिखण पूरे फैक्ट्स लिखण के इन्हां मेरे केसां दी दोबारा इंक्वायरी कराई जाए, चेक कीते जाण के सही ने कि गलत। मैं फेस करने नूं तैयार हां। तुसीं 18 मार्च लिखिਆ मैं सीएम साहब ਨੂੰ ਵੀ ਲਿਖਿਆ, ਲੈਟਰ ਲਿਖਿਆ ਕਿ ਮੇਰੀ ਇਹ ਕੇਸਾਂ ਦੀ ਦੁਬਾਰਾ ਇਨਕੁਆਇਰੀ ਕਰਵਾਈ ਜਾਏ ਪਲੀਜ਼, ਕਿ ਇਹ ਦੇਖਿਆ ਜਾਏ ਕਿ ਇਹ ਕੇਸ ਸਹੀ ਨੇ ਕਿ ਗਲਤ। ਚਲੋ ਮੈਂ ਇੱਕ ਆਖਰੀ ਸਵਾਲ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੂੰਗਾ, ਕਿਉਂਕਿ ਤੁਸੀਂ ਲਗਾਤਾਰ ਜ਼ਿਕਰ ਕਰ ਰਹੇ ਹੋ ਕਿ ਤੁਹਾਨੂੰ ਫਸਾਇਆ ਗਿਆ ਹੈ। ਰਾਕੇਸ਼ ਜੀ, ਇਸ ਸਮੇਂ ਜ਼ਿਕਰ ਭਗੌੜੇ ਵਾਲਾ ਵੀ ਹੋ ਰਿਹਾ ਤੇ ਨਾਲ ਨਾਲ ਜਿਹੜੀ ਠੇਕਾ ਵਧਾਉਣ ਦਾ ਵੀ ਹੋ ਰਿਹਾ, ਪਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਹੁਣ ਪੰਜਾਬ ਦੇ ਵਿੱਚ ਕੰਮ ਕਰਨਾ ਹੀ ਨਹੀਂ। ਇਸ ਸਮੇਂ ਤੁਸੀਂ ਕਿੱਥੇ ਹੋ? ਇਹ ਦੱਸ ਦਿਓ ਕਿ ਜੇ ਤੁਸੀਂ ਭਗੌੜੇ ਨਹੀਂ ਹੋ, ਨਹੀਂ ਜੇ ਤੁਸੀਂ ਭਗੌੜੇ ਨਹੀਂ ਹੋ ਤਾਂ ਫਿਰ ਤੁਸੀਂ ਕਿੱਥੇ ਹੋ? ਤੁਸੀਂ ਹੁਣ ਤੱਕ ਮੀਡੀਆ ਦੇ ਸਾਹਮਣੇ ਕਿਉਂ ਨਹੀਂ ਆਏ? ਕਿਸੇ ਦੇ ਸਾਹਮਣੇ ਆ ਕੇ ਆਪਣੀ ਗੱਲ ਕਿਉਂ ਨਹੀਂ ਰੱਖੀ? ਮੈਂ ਮੀਡੀਆ ਮੈਂ ਜਨਾਬ ਨੂੰ ਖੁਦ ਫੋਨ ਕੀਤਾ। ਨਹੀਂ ਮੈਂ ਤੁਹਾਡੀ ਗੱਲ ਆ ਰਹੀ ਹੈ, ਮੈਂ ਕਹਿ ਰਿਹਾ ਕਿ ਪਿਛਲੇ 1.5-2 ਸਾਲਾਂ ਦੇ ਵਿੱਚ ਤੁਹਾਡੇ ਉੱਪਰ ਇੰਨੇ ਇਲਜ਼ਾਮ ਲੱਗੇ ਨੇ ਪਰ ਤੁਹਾਡਾ ਕੋਈ ਬਿਆਨ ਆਇਆ ਹੋਵੇ ਇਸ ਤਰੀਕੇ ਨਾਲ ਨਹੀਂ ਹੋਇਆ। ਸਰ ਅਸੀਂ ਕਾਸ ਕੰਟਰੋਵਰਸੀ ਸੀ, ਬਿਜ਼ਨਸਮੈਨ ਆ, ਅਸੀਂ ਕੰਟਰੋਵਰਸੀਆਂ ਪੈਂਦੇ ਨਹੀਂ, ਅਸੀਂ ਲੀਗਲ ਕੰਮ ਕਰਦੇ ਹਾਂ। ਦੇਖੋ ਜਿਹੜਾ ਵੀ ਮੇਰੇ ਤੇ ਇਲਜ਼ਾਮ ਲੱਗੇ ਮੈਂ ਥਰੂ ਕੋਰਟ ਆਪਣਾ ਪਕਸ਼ ਰੱਖਿਆ। ਠੀਕ ਹੈ, ਮੈਂ ਥਰੂ ਕੋਰਟ ਸਾਰੇ ਪਕਸ਼ ਰੱਖੇ। ਮੈਂ ਤਾਂ ਮੀਡੀਆ ਸ਼ੀਡੀਆ 'ਚ ਅਸੀਂ ਬਿਜ਼ਨਸਮੈਨ ਆ, ਅਸੀਂ ਇਸ ਚੱਕਰਾਂ 'ਚ ਪੈਂਦੇ ਹੀ ਨਹੀਂ, ਅਸੀਂ ਕੰਮ ਕਰਨ ਵਾਲੇ ਬੰਦੇ ਆ।
ਸਾਨੂੰ ਕੋਈ ਨੋਟਿਸ ਆ ਜਾਂਦਾ ਹੈ ਰਿਕਵਰੀ ਦਾ, ਅਸੀਂ ਉਹਦਾ ਲੀਗਲ ਤਰੀਕੇ ਨਾਲ ਜਵਾਬ ਦਿੰਦੇ ਹਾਂ, ਜਾਂ ਕੁਝ ਵੀ ਹੁੰਦਾ ਅਸੀਂ ਲੀਗਲ ਤਰੀਕੇ ਨਾਲ ਆਪਣਾ ਜੋ ਵੀ ਸਾਡਾ ਸਿਸਟਮ ਹੈ ਅਸੀਂ ਉਸ ਤੇ ਨਹੀਂ ਕੰਮ ਕਰਦੇ ਹਾਂ ਸਰ। ਚਲੋ ਮਾਰਚ ਤੋਂ ਬਾਅਦ ਹੁਣ ਦੁਬਾਰਾ ਤੁਹਾਡੇ ਜਿਹੜੇ ਕੰਟਰੈਕਟ ਆ ਉਹ ਖਤਮ ਹੋ ਰਿਹਾ ਹੈ, ਤਾਂ ਤੁਸੀਂ ਕਹਿ ਰਹੇ ਹੋ ਕਿ ਅੱਗੇ ਤੋਂ ਤੁਸੀਂ ਪੰਜਾਬ ਦੇ ਵਿੱਚ ਕੋਈ ਟੈਂਡਰ ਦੇ ਲਈ ਅਪਲਾਈ ਨਹੀਂ ਕਰੋਗੇ? ਨਹੀਂ ਕਰਾਂਗੇ ਸਰ, ਨਹੀਂ ਕਰਾਂਗੇ। ਤੇ ਸੀਐਮ ਤਾਂ ਕਹਿ ਚੁੱਕੇ ਨੇ, ਕਹਿੰਦੇ ਕਿ ਜਿਨ੍ਹਾਂ ਦਾ ਨਾਮ ਜਾਂ ਜਿਨ੍ਹਾਂ ਦੇ ਨਾਮ ਦੇ ਉੱਤੇ ਕੋਈ ਨਾ ਕੋਈ ਕੁਐਸਚਨ ਉੱਠਿਆ ਹੈ ਅਸੀਂ ਉਹਨਾਂ ਨੂੰ ਦੇਣਾ ਹੀ ਨਹੀਂ ਠੇਕਾ, ਉਹਨਾਂ ਨੂੰ ਲਿਸਟ ਦੇ ਵਿੱਚ ਰੱਖਣਾ ਹੀ ਨਹੀਂ। ਉਹਨਾਂ ਦੇ ਵਿੱਚ ਇੱਕ ਇਨਡਾਇਰੈਕਟਲੀ ਤੁਹਾਡਾ ਨਾਮ ਵੀ ਆ ਗਿਆ ਕਿ ਤੁਹਾਨੂੰ ਵੀ ਪੰਜਾਬ ਸਰਕਾਰ ਨਹੀਂ ਦੇਗੀ ਕੁਝ। ਅੱਛੀ ਗੱਲ ਹੈ ਸਰ, ਮੈਂ ਤਾਂ ਚਾਹੁੰਦਾ ਹੀ ਨਹੀਂ, ਅਸੀਂ ਤਾਂ ਪਹਿਲੇ ਹੀ ਨਹੀਂ ਕੰਮ ਕਰਨਾ ਚਾਹੁੰਦੇ। ਚਲੋ ਸ਼ੁਕਰੀਆ ਰਾਕੇਸ਼ ਜੀ। ਇਹ ਜੀ ਸਰ ਗਵਰਨਮੈਂਟ ਉਹਨਾਂ ਕੋਲੋਂ ਕਰਾਏ ਜਿਹੜੇ 7-7 8-8 10-10 ਕਰੋੜ ਦਿੰਦੇ ਰਹੇ ਸਾਲ ਦਾ, ਜਿਨ੍ਹਾਂ ਨੇ 17 ਸਾਲਾਂ ਵਿੱਚ 645 ਕਰੋੜ ਰੁਪਏ ਦਿੱਤਾ ਉਹ ਅੱਛੇ ਨੇ, ਜਾਂ ਜਿਨ੍ਹਾਂ ਨੇ 3 ਸਾਲ ਵਿੱਚ 438 ਕਰੋੜ ਰੁਪਏ ਦੇ ਦਿੱਤਾ ਉਹ ਅੱਛੇ ਨੇ। ਨਹੀਂ ਦੇਖੋ, ਉਹ ਤਾਂ ਇਲਜ਼ਾਮ ਤੁਹਾਡੇ ਉੱਤੇ ਵੀ ਲਗਾਉਂਦੇ ਨੇ। ਬਿਕਰਮ ਮਜੀਠੀਆ ਕਹਿੰਦੇ ਸੀ ਹਨੀ ਮਨੀ ਚੰਨੀ, ਉਹ ਕਹਿੰਦੇ ਸੀ ਕਿ ਇਲਜ਼ਾਮ ਲਗਾਉਂਦੇ ਨੇ ਕਿ ਸੈਟਿੰਗ ਬੜੀ ਤਕੜੀ ਸੀ, ਹਨੀ ਮਨੀ ਚੰਨੀ ਬੜਾ ਜ਼ਿਕਰ ਉਹਨਾਂ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਕੀਤਾ, ਖਾਸ ਤੌਰ ਤੇ ਰੋਪੜ ਵਾਲੀਆਂ ਖੱਡਾਂ ਦਾ। ਅਗਰ ਸਾਡੀ ਇੰਨੀ ਸੈਟਿੰਗ ਹੁੰਦੀ ਤਾਂ ਅਸੀਂ ਵੀ 645 ਕਰੋੜ ਦੇ ਹਿਸਾਬ ਨਾਲ ਪੈਸੇ ਦਿੰਦੇ, 35-36 ਕਰੋੜ ਰੁਪਏ ਸਾਲ ਦਾ, ਅਸੀਂ 438 ਕਰੋੜ ਕਿਉਂ ਦਿੰਦੇ? ਅਗਰ ਸਾਡੀ ਸੈਟਿੰਗ ਹੁੰਦੀ ਤੇ ਪੈਸੇ ਰੈਵਨਿਊ ਇਹ ਆਨ ਰਿਕਾਰਡ ਹੈ 438 ਕਰੋੜ ਰੁਪਇਆ, ਜਾਂ ਰੋਪੜ ਡਿਸਟ੍ਰਿਕਟ ਦਾ ਮੈਂ ਕਹਿਣਾ ਜਿੰਨਾ 20 ਸਾਲ ਦਾ ਰੈਵਨਿਊ ਨਹੀਂ ਆਇਆ ਇਹਨਾਂ ਮੈਂ 10 ਸਾਲ 2 ਸਾਲ ਵਿੱਚ ਦੇ ਦਿੱਤਾ ਹੈ। 2-3 ਕਰੋੜ ਰੁਪਇਆ ਸਾਲ ਦਾ ਆਉਂਦਾ ਰਿਹਾ, ਮੈਂ 81 ਕਰੋੜ ਰੁਪਇਆ ਰੈਵਨਿਊ ਦੇ ਚੁੱਕਾ। ਗਵਰਨਮੈਂਟ ਦਾ ਪਬਲਿਕ ਦਾ ਪੈਸਾ ਹੈ, ਉਹ ਗਵਰਨਮੈਂਟ ਨੇ ਦੇਖਣਾ ਹੈ कि कौन क्या ही क्या नहीं है। खैर नेचुरली जो भी गवर्नमेंट पॉलिसी बनाएगी, कोई नई कंट्रैक्टर आन के नया काम करने कुछ ठीक है। ਚਲੋ ਸ਼ੁਕਰੀਆ ਰਾਕੇਸ਼ ਜੀ, ਬਹੁਤ ਬਹੁਤ ਧੰਨਵਾਦ ਨਿਊਜ਼ 18 ਦੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਰਾਕੇਸ਼ ਚੌਧਰੀ ਖੂਬ ਚਰਚਾ ਦੇ ਵਿੱਚ ਇਸ ਸਮੇਂ ਨਾਮ ਹੈ, ਔਰ ਰਾਕੇਸ਼ ਚੌਧਰੀ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਉਹਨਾਂ ਦਾ ਪੁਰਾਣਾ ਕੰਟਰੈਕਟ ਹੀ ਚੱਲ ਰਿਹਾ ਸੀ, ਕੋਈ ਰਿਨਿਊ ਨਹੀਂ ਕੀਤਾ ਗਿਆ। ਇਹ ਪੂਰਾ ਮਾਮਲਾ ਖੜਾ ਕਿੱਥੋਂ ਹੁੰਦਾ ਉਹ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ। ਰਾਕੇਸ਼ ਚੌਧਰੀ ਦੇ ਬਿਆਨ ਤੁਸੀਂ ਸੁਣੇ ਹੀ ਨੇ। ਇਹ ਪੂਰਾ ਮਾਮਲਾ ਬਿਕਰਮ ਮਜੀਠੀਆ ਦੇ ਬਿਆਨਾਂ ਤੋਂ ਸ਼ੁਰੂ ਹੁੰਦਾ ਹੈ, ਜਦੋਂ ਇੱਕ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਬਿਕਰਮ ਮਜੀਠੀਆ ਕਹਿੰਦੇ ਨੇ ਕਿ 27 ਜਨਵਰੀ ਨੂੰ ਸਰਕਾਰ ਨੇ ਜਿਹੜਾ ਠੇਕਾ ਹੈ ਉਹ ਰਿਨਿਊ ਕਰ ਦਿੱਤਾ, ਐਕਸਟੈਂਡ ਕਰ ਦਿੱਤਾ ਗਿਆ ਰਾਕੇਸ਼ ਚੌਧਰੀ ਦਾ। ਔਰ ਇਲਜ਼ਾਮ ਇਹ ਵੀ ਲਗਾਏ ਗਏ ਕਿ ਰਾਕੇਸ਼ ਚੌਧਰੀ ਤਾਂ ਭਗੌੜਾ ਕਰਾਰ ਦਿੱਤਾ ਗਿਆ ਸੀ ਅਦਾਲਤ ਦੇ ਵੱਲੋਂ, ਤਾਂ ਜੇਕਰ ਕੋਈ ਭਗੌੜਾ ਹੈ ਤਾਂ ਫਿਰ ਉਹ ਕਿਵੇਂ ਆ ਕੇ ਠੇਕੇ ਦੇ ਲਈ ਸਾਈਨ ਕਰ ਸਕਦਾ ਹੈ? ਤਾਂ ਪੁਆਇੰਟ ਨੰਬਰ 1, ਰਾਕੇਸ਼ ਚੌਧਰੀ ਦਾਅਵਾ ਕਰ ਰਹੇ ਨੇ ਕਿ ਉਹ ਭਗੌੜੇ ਨਹੀਂ ਸੀ। ਬਿਕਰਮ ਮਜੀਠੀਆ ਨੇ 15/11 ਦਾ ਜ਼ਿਕਰ ਕੀਤਾ, 15 ਨਵੰਬਰ 2022 ਯਾਨੀ ਕਿ ਲੰਘੇ ਸਾਲ ਦਾ। ਤਾਂ ਰਾਕੇਸ਼ ਚੌਧਰੀ ਦਾਅਵਾ ਕਰ ਰਹੇ ਨੇ ਕਿ ਮੈਨੂੰ ਤਾਂ ਪੁਲਿਸ ਨੇ 15 ਨਵੰਬਰ ਦਾ ਜ਼ਿਕਰ ਕੀਤਾ, ਤੇ ਰਾਕੇਸ਼ ਚੌਧਰੀ ਦਾਅਵਾ ਕਰ ਰਹੇ ਨੇ ਕਿ ਉਹਨਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਸੀ 11 ਨਵੰਬਰ ਨੂੰ। ਤਾਂ 15 ਨਵੰਬਰ ਨੂੰ ਉਹਨਾਂ ਦੇ ਭਗੌੜੇ ਵਾਲੇ ਕਿਵੇਂ ਵਾਰੰਟ ਹੋ ਸਕਦੇ ਨੇ? ਇਨਫੈਕਟ ਉਹ ਵੀ ਦਾਅਵਾ ਕਰ ਰਹੇ ਨੇ ਕਿ 15 ਤਰੀਕ ਨੂੰ ਤਾਂ ਜਿਹੜੀ ਰਿਕੁਐਸਟ ਕੀਤੀ ਗਈ ਸੀ ਉਸ ਨੂੰ ਕੈਨਸਲ ਕਰ ਦਿੱਤਾ ਗਿਆ ਸੀ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਠੇਕਾ ਰਿਨਿਊ ਨਹੀਂ ਹੋਇਆ, ਉਹਨਾਂ ਦਾ ਠੇਕਾ 18 ਮਾਰਚ 2023 ਤੱਕ ਹੈ ਔਰ ਉਸ ਨੂੰ ਹੀ ਰੀਸਟੋਰ ਕੀਤਾ ਗਿਆ ਹੈ। ਮਹਿਕਮੇ ਨੇ ਇੱਕ ਚਿੱਠੀ ਕੱਢ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਆ ਕੇ ਆਪਣਾ ਕੰਮ ਜਿਹੜਾ ਤੁਹਾਡਾ ਬਾਕੀ ਸਮਾਂ ਉਸ ਨੂੰ ਕੰਪਲੀਟ ਕਰੋ, ਯਾਨੀ ਕਿ 1-1.5 ਮਹੀਨਾ ਹੈ। ਔਰ ਇਹ ਸਿਰਫ ਰਾਕੇਸ਼ ਚੌਧਰੀ ਦੀ ਫਰਮ ਦੇ ਲਈ ਨਹੀਂ ਸੀ, ਇਹ ਬਲਕਿ ਸਭ ਦੇ ਲਈ ਸੀ, ਯਾਨੀ ਕਿ ਪੰਜਾਬ ਦੇ ਵਿੱਚ ਜਿਹੜੇ ਹੋਰ ਠੇਕੇਦਾਰ ਨੇ ਉਹਨਾਂ ਦੇ ਲਈ ਵੀ। ਤਾਂ ਇਹ ਦਾਅਵਾ ਕਰ ਰਹੇ ਨੇ ਰਾਕੇਸ਼ ਚੌਧਰੀ ਕਿ ਉਹਨਾਂ ਦੇ ਵੱਲੋਂ ਜਿਹੜੇ ਵੀ ਬਿਕਰਮ ਮਜੀਠੀਆ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਉਹਨਾਂ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਗਿਆ ਕਿ ਉਹਨਾਂ ਦੇ ਵਿੱਚ ਕੋਈ ਦਮ ਨਹੀਂ। ਇਹ ਜ਼ਰੂਰ ਉਹ ਕਹਿੰਦੇ ਨਜ਼ਰ ਆਏ ਕਿ ਬਿਕਰਮ ਮਜੀਠੀਆ ਨੂੰ ਅਧੂਰੇ ਦਸਤਾਵੇਜ਼ ਮੁਹੱਈਆ ਕਰਵਾ ਦਿੱਤੇ ਗਏ ਸਨ।